देखो सरकारां कदी भी पहली सट्टे पैंजी सट्टे ये गल नहीं मनणगियां कि यह कानून जिहड़ा है वो किसानां दे अगेंस्ट है। दावे किए जाते ने कि असी ह्यूमन राइट्स की प्रोटेक्शन करते हैं, जबकि इस वेले हिंदुस्तान दे विच भारत दे विच जिस तरीके नाल ह्यूमन राइट्स की वायलेशन जिहड़ी है किसानां दी ते मजदूरां दी हो रही है, वो एक नवा इतिहास सिरजा जा रहा है। ਜਦੋਂ ਲੋਕ ਕਹਿ ਰਹੇ ਆ ਸਾਨੂੰ ਇਹ ਕਾਨੂੰਨ ਚਾਹੀਦਾ ਹੀ ਨਹੀਂ ਹੈ, ਸਾਨੂੰ ਇਹਦਾ ਕੋਈ ਫਾਇਦਾ ਹੀ ਨਹੀਂ ਆ, ਤੇ ਆਪਾਂ ਜ਼ਬਰਦਸਤੀ ਜਿਹੜਾ ਵਾ ਉਹਨਾਂ ਦੇ ਇਹ ਠੋਸ ਰਹੇ ਆ। ਜੋ ਸਾਡੀ ਹੁਣ ਤੱਕ ਦਾ ਵਿਸ਼ਲੇਸ਼ਣ ਹੈ ਕਿ ਇਹ ਕਿਸਾਨ ਸੰਘਰਸ਼ ਨੇ ਜਿਹੜੀਆਂ ਧਰਮ ਦੀਆਂ ਲਕੀਰਾਂ ਖਿੱਚੀਆਂ ਹੋਈਆਂ ਨੇ, ਇੱਕ ਤਾਂ ਉਹ ਲਕੀਰਾਂ ਮਿਟਾਤੀਆਂ ਨੇ। ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਮੋਦੀ ਨੂੰ ਇਹ ਗੱਲ ਕਹਿਣਾ ਚਾਹੁੰਦਾ कि मोदी जी तुसी जिहड़ा है किसानां दी गल सुनो, तुसी तोमर दी ते गल ते गोयल दी गल ना सुनो। ये जिन्ना छेती तुसी इस नूं सॉल्व कर लोगे चंगा है, नहीं तां जे 500-700 कंबाइनां अते ट्रैक्टर ट्रालियां जाके दिल्ली नूं घेर लिया तो उहदे बाद जिहड़ा है ये बड़ी वड्डी समस्या खड़ी हो जाएगी। ਬਾਰਡਰ ਦੀਆਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ, ਇੱਕ ਪਾਸੇ ਸਟੇਜ ਚੱਲ ਰਹੀ ਆ, ਦੂਜੇ ਪਾਸੇ ਦਿੱਲੀ ਸਰਕਾਰ ਆ। ਦਿੱਲੀ ਸਰਕਾਰ ਤੋਂ ਕਈ ਵਾਰ ਬੁਲਾਵਾ ਆਉਂਦਾ ਪਰ ਬੁਲਾਵੇ ਦਾ ਕੋਈ ਫਾਇਦਾ ਨਹੀਂ ਹੋਇਆ। ਕਿਸਾਨ ਜਥੇਬੰਦੀਆਂ ਨੇ ਬੇਸ਼ੱਕ ਕਹਿ ਰਹੀਆਂ ਕਿ ਜੇ ਅੱਗੇ ਬੁਲਾਵਾ ਆਊਗਾ ਦੇਖਾਂਗੇ, ਵਿਚਾਰ ਕਰਾਂਗੇ ਜਾਣਾ ਕਿ ਨਹੀਂ ਜਾਣਾ, ਪਰ ਸੰਘਰਸ਼ ਜ਼ਰੂਰ ਤੇਜ਼ ਹੋ ਚੁੱਕਾ ਵਾ ਇਸ ਟਾਈਮ ਦੇ ਉੱਤੇ। ਪੰਜਾਬ ਤੋਂ ਹੋਰ ਵੀ ਕਾਫਲੇ ਆ ਰਹੇ ਆ, ਹੋਰ ਵੀ ਹਰ ਇੱਕ ਪਾਸਿਓਂ ਜਿਹੜੇ ਕਿ ਕਾਫਲੇ ਲਗਾਤਾਰ ਚੱਲ ਕੇ ਇੱਥੇ ਸਿੰਘੂ ਬਾਰਡਰ ਤੇ ਜਾਂ ਬਹਾਦਰਗੜ੍ਹ ਬਾਰਡਰ ਦੀ ਗੱਲ ਕਰਦੇ ਆ, ਚਾਰ ਚੁਫੇਰੇ ਪਹੁੰਚ ਰਹੇ ਆ। ਤਸਵੀਰਾਂ ਤੁਹਾਨੂੰ ਲਗਾਤਾਰ ਕਾਲ ਚੱਲਣ ਦੇ ਮਤਲਬ ਦਿਖਾ ਰਹੇ ਆ, ਕੁਝ ਸੱਚਾਈ ਬਿਆਨ ਹੋ ਰਹੀ ਹੈ। ਇੱਥੇ ਸੇਵਾਵਾਂ ਚੱਲ ਰਹੀਆਂ ਵਾ, ਸੰਤ ਮਹਾਂਪੁਰਖ ਕਿਤੇ ਪਹੁੰਚਦੇ ਆ। ਪ੍ਰੋਫੈਸਰ ਬਲਜਿੰਦਰ ਸਿੰਘ ਜੀ ਇੱਥੇ ਪਹੁੰਚੇ ਹੈਗੇ ਆ, ਨਾਲ ਪੰਜ ਪਿਆਰੇ ਸਾਹਿਬਾਨ ਪਹੁੰਚੇ ਹੈਗੇ ਆ ਵੀ ਸਾਡੇ ਨਾਲ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਸਾਂਝ ਪਾਉਂਦੇ ਆ। ਪੈਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਹੋ ਰਹੀ ਹੈ ਇੱਥੇ ਕਿਸਾਨੀ ਦੀ, ਕਿਉਂਕਿ ਕੇਵਲ ਪੰਜਾਬ ਨੇ ਅਗਵਾਈ ਕੀਤੀ ਸੀ, ਹਰਿਆਣਾ ਨਾਲ ਤੁਰਿਆ ਵਾ। ਉਸ ਤੋਂ ਬਾਅਦ ਦੇ ਵਿੱਚ ਪੂਰੇ ਭਾਰਤ ਤੋਂ ਇੱਥੇ ਹਰ ਕਿਸਾਨ ਭਾਈਚਾਰਾ ਪਹੁੰਚਿਆ ਹੈਗਾ ਵਾ। ਤੁਸੀਂ ਵੀ ਇੱਥੇ ਪਹੁੰਚੇ ਹੋ ਕਿਸਾਨੀ ਦੀ ਆਵਾਜ਼ ਬੁਲੰਦ ਕਰਨ ਵਾਸਤੇ, ਕਿਵੇਂ ਦਾ ਲੱਗਾ ਇੱਥੇ ਜਾਹੋ ਜਲਾਲ ਤੁਹਾਨੂੰ? ਸਭ ਤੋਂ ਪਹਿਲੀ ਗੱਲ ਤਾਂ ਜੋ ਅਸੀਂ ਇੱਥੇ ਆ ਕਰਕੇ ਵੇਖੀ ਹੈ, ਵੱਖ-ਵੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਖੁਸ਼ੀ ਵਿੱਚ ਜ਼ਾਹਿਰ ਕਰ ਰਹੇ ਹਾਂ ਕਿ ਕਿਸਾਨ ਤੇ ਆਮ ਵਿਅਕਤੀ ਜਿਹੜਾ ਵੀ ਇੱਥੇ ਆਇਆ ਹੈ ਉਹ ਜੇਤੂ ਅੰਦਾਜ਼ ਵਿੱਚ ਹੈ। ਜੇਤੂ ਅੰਦਾਜ਼ ਤੋਂ ਭਾਵ ਹੈ ਕਿ ਇੰਨੀ ਚੜ੍ਹਦੀ ਕਲਾ ਦੇ ਵਿੱਚ ਹੈ, ਹਾਈ ਸਪਿਰਿਟ 'ਚ ਹੈ ਕਿ ਜਿੱਦਾਂ ਇਹ ਹੁਣ ਅਸੀਂ ਮੋਰਚਾ ਫਤਿਹ ਕਰ ਲਿਆ, ਇਹ ਜੇਤੂ ਅੰਦਾਜ਼ ਹੈ। ਬੜੀ ਪੋਜ਼ਿਟਿਵ ਗੱਲ ਹੈਗੀ ਹੈ ਜਿਹੜੀ ਕਿ ਅਸੀਂ ਇੱਥੇ ਆ ਕਰਕੇ ਨੋਟ ਕੀਤੀ ਹੈ। ਮੈਂ ਸਮਝਦਾ ਕਿ ਇਹ ਸਾਰੀ ਗੱਲ ਜੋ ਹੈ ਨਾ 551 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਵੇਲੇ ਅਵਤਾਰ ਧਾਰਿਆ ਸੀਗਾ, ਤਾਂ ਉਸ ਵੇਲੇ ਜਿਹੜਾ ਭਾਈ ਲਾਲੋ ਤੇ ਮਲਿਕ ਭਾਗੋ ਦੀ ਜਿਹੜੀ ਸਾਖੀ ਹੈ, ਔਰ ਜਿਹੜਾ ਉਹ ਸਿਧਾਂਤ ਹੈ ਕਿ ਇੱਕ ਪਾਸੇ ਭਾਈ ਲਾਲੋ ਕੀਰਤੀ ਹੈ, ਕਿਰਤ ਕਰਨ ਵਾਲਾ ਹੈ, ਦਸਾਂ ਨੌਆਂ ਦੀ ਮਿਹਨਤ ਕਰਨ ਵਾਲਾ ਹੈ, ਤੇ ਦੂਜੇ ਬੰਨੇ ਮਲਿਕ ਭਾਗੋ ਹੈ। ਮਲਿਕ ਭਾਗੋ ਉਹ ਵਿਅਕਤੀ ਹੈ ਜੋ ਤਨਾੜ ਹੈ, ਉਹ ਸਾਰੇ ਸਮਾਜ ਦਾ ਸ਼ੋਸ਼ਣ ਕਰ ਰਿਹਾ ਹੈ, ਰੂਲ ਕਰ ਰਿਹਾ ਹੈ। ਉਹ ਸਿਧਾਂਤ ਜਿਹੜਾ ਹੈ ਅੱਜ ਉਹ ਸਿਧਾਂਤ ਦਾ ਜਿਹੜਾ ਵਰਤਾਰਾ ਨਜ਼ਰ ਆ ਰਿਹਾ ਸਾਨੂੰ ਭਾਰਤ ਦੇ ਵਿੱਚ ਕਿ ਇੱਕ ਬੰਨੇ ਪੂਰੇ ਦੇਸ਼ ਤੇ ਕਿਰਤੀ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋ ਗਏ ਨੇ, ਤੇ ਨਾਲ ਦੇ ਨਾਲ ਲੜਾਈ ਕਿਹਦੇ ਅਗੇਂਸਟ ਹੈ? ਉਹ ਭਾਰਤ ਸਰਕਾਰ ਦੇ ਅਗੇਂਸਟ ਹੈ। ਔਰ ਭਾਰਤ ਸਰਕਾਰ ਦੇ ਪਿੱਛੇ ਕੌਣ ਨੇ? ਭਾਰਤ ਸਰਕਾਰ ਦੇ ਅਗੇਂਸਟ ਕਾਰਪੋਰੇਟ ਘਰਾਣੇ ਨੇ। ਕਾਰਪੋਰੇਟ ਘਰਾਣੇ ਭਾਰਤ ਸਰਕਾਰ ਨੂੰ ਚਲਾ ਰਹੇ ਨੇ। ਤਾਂ ਲੜਾਈ ਜਿਹੜੀ ਹੈ ਅੱਜ ਉਹੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦੇ ਉੱਤੇ ਲਾਲੋ ਦੀ ਤੇ ਮਲਿਕ ਭਾਗੋ ਦੀ ਸੀਗੀ। ਔਰ ਉਹਦੇ ਵਿੱਚੋਂ ਮੈਂ ਸਮਝਦਾ ਕਿ ਅੱਜ ਜਿਹੜਾ ਕਿ ਸਾਨੂੰ ਪਿਤਾ ਪੁਰਖੀ ਸਾਨੂੰ ਕਿਸਾਨੀ ਖਿੱਤਾ ਮਿਲਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਤੋਂ, ਉਸ ਪਿਤਾ ਪੁਰਖੀ ਦਾ ਜਿਹੜਾ ਸਾਡੇ DNA ਦੇ ਵਿੱਚ ਨਾ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ, ਜਿਹਦੇ ਕਰਕੇ ਅੱਜ ਜੇਤੂ ਅੰਦਾਜ਼ ਦੇ ਵਿੱਚ ਸਾਰੇ ਕਿਸਾਨ ਇੱਥੇ ਆਏ ਨੇ। ਉਹਨਾਂ ਨੇ ਅਗਵਾਈ ਕੀਤੀ ਹੈ, ਉਹ ਲੰਬਰਦਾਰ ਬਣੇ, ਉਹਨਾਂ ਨੇ ਆਪਣੇ ਭਰਾਵਾਂ ਨੂੰ ਹਰਿਆਣੇ ਚੋਂ ਲੈ ਕੇ ਚਲੇ, ਪੂਰੇ ਦੇਸ਼ ਚੋਂ ਲੈ ਕੇ ਚਲੇ। ਔਰ ਜੇ ਮੈਂ ਗਲਤ ਨਹੀਂ ਤਾਂ ਅੱਜ ਭਾਰਤ ਸਰਕਾਰ ਜਿਹੜੀ ਗੱਲਬਾਤ ਕਰ ਰਹੀ ਹੈ
ਉਹ ਗੱਲਬਾਤ ਦੇ ਪਿੱਛੇ ਜਿਹੜੀ ਤਾਕਤ ਕੰਮ ਕਰ ਰਹੀ ਹੈ, ਜਿਹੜੀ ਸਟਰੈਂਥ ਕੰਮ ਕਰ ਰਹੀ ਹੈ, ਉਹ ਪੰਜਾਬ ਅਤੇ ਹਰਿਆਣੇ ਦੇ ਜਿਹੜੇ ਕਿਸਾਨ ਨੇ, ਇਹਨਾਂ ਦੀ ਜਿਹੜੀ ਸਖਤ ਮਿਹਨਤ ਹੈ, ਇਹਦੇ ਕਰਕੇ ਸਭ ਕੁਝ ਹੋ ਰਿਹਾ ਹੈ। ਜਿੱਥੇ ਤੱਕ 3 ਕਾਨੂੰਨਾਂ ਦਾ ਸਵਾਲ ਹੈ, ਮੈਂ ਤੁਹਾਡੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰ ਲਵਾਂ। ਜਿਹੜਾ ਪਹਿਲਾ ਕਾਨੂੰਨ ਹੈ, ਉਸ ਕਾਨੂੰਨ ਦੇ ਵਿੱਚ ਇੰਗਲਿਸ਼ ਦਾ ਇੱਕ ਵਰਡ ਯੂਜ਼ ਕੀਤਾ ਗਿਆ ਹੈ, ਪ੍ਰੋਟੈਕਸ਼ਨ ਆਫ ਦਾ ਫਾਰਮਰਸ, ਉਹਨਾਂ ਦੀ ਸੁਰੱਖਿਆ, ਪ੍ਰਮੋਸ਼ਨ ਐਂਡ ਐਮਪਾਵਰਮੈਂਟ ਆਫ ਦਾ ਫਾਰਮਰਸ। ਪ੍ਰਮੋਸ਼ਨ ਉਹਨਾਂ ਦੀ ਤਰੱਕੀ ਵਾਸਤੇ, ਤੇ ਐਮਪਾਵਰਮੈਂਟ ਮਤਲਬ ਉਹਨਾਂ ਦਾ ਸ਼ਕਤੀਕਰਨ, ਉਹਨਾਂ ਦਾ ਸ਼ਕਤੀਕਰਨ। ਤੇ ਇਹ ਸਾਰਾ ਕੁਝ ਜਿਹੜਾ ਹੈ ਦੇ ਨਾਲ ਉਹ 'ਚ ਇੱਕ ਵਰਡ ਕੀ ਯੂਜ਼ ਕੀਤਾ ਗਿਆ ਕਿ ਉਹਨਾਂ ਨੂੰ ਪ੍ਰਾਈਸ ਦੀ ਐਸ਼ੋਰੈਂਸ ਦਿੱਤੀ ਗਈ ਹੈ। ਹੁਣ ਜੇ ਧਿਆਨ ਦੇ ਨਾਲ ਉਹ ਦੇਖੀਏ ਕਿ ਬਾਹਰੋਂ ਪੈਕਿੰਗ ਕੁਝ ਹੋਰ ਹੈ, ਇਹ ਕਾਨੂੰਨਾਂ ਦੇ ਜਿਹੜੇ ਟਾਈਟਲ ਨੇ, ਬਾਹਰੋਂ ਪੈਕਿੰਗ ਕੁਝ ਹੋਰ ਹੈ, ਤੇ ਅੰਦਰ ਜੋ ਕਾਨੂੰਨ ਐਕਟ ਪੜ੍ਹੀਏ ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਇਹ ਕੰਪਲੀਟ ਐਕਸਪਲੋਇਟੇਸ਼ਨ ਆਫ ਦਾ ਫਾਰਮਰਸ ਹੈ, ਜਿਹਦੇ ਨਾਲ ਕਿ ਕੱਲ ਨੂੰ ਕਿਸਾਨ ਜਿਹੜਾ ਹੈ, ਅੱਜ ਉਹ ਲੈਂਡਲੌਰਡ ਜਿਹੜਾ ਹੈ, ਕੱਲ ਨੂੰ ਲੈਂਡਲੈਸ ਬਣ ਜਾਏਗਾ। ਸਭ ਮੋਦੀ ਸਾਹਿਬ ਤੇ ਕਹਿ ਰਹੇ ਆ, ਉਹਦੇ ਮੰਤਰੀ ਵੀ ਕਹਿ ਰਹੇ ਆ ਕਿ ਕਾਨੂੰਨ ਹੀ ਤੁਹਾਡੇ ਹੱਕ ਦੇ ਵਿੱਚ ਸੀ, ਲਗਾਤਾਰ ਵਿਦਰੋਹ ਹੋਇਆ, ਉਹ ਤੋਂ ਪਹਿਲਾਂ ਵੀ ਕਹਿੰਦੇ ਆਏ ਸੀ ਲਗਾਤਾਰ ਤੁਹਾਡੇ ਹੱਕ ਦੇ ਵਿੱਚ ਆ। ਹਾਂ 3 ਤਰੀਕ ਨੂੰ ਜ਼ਰੂਰ ਮੰਨਿਆ ਕਿ ਇਹ 'ਚ ਕੁਝ ਗਲਤੀਆਂ ਵਾ, ਅਸੀਂ ਗਲਤੀਆਂ ਸੋਧ ਕਰਦਾ ਕਿ ਪਰ ਕਿਸਾਨ ਇੱਕੋ ਗੱਲ ਕਹਿ ਰਹੇ ਕਿ ਅਸੀਂ ਸੋਧ ਨਹੀਂ ਕਰਾਉਣੀ, ਅਸੀਂ ਤੇ ਆਰਡੀਨੈਂਸ ਕਾਲੇ ਕਾਨੂੰਨ ਜਿਹੜੇ ਆ, ਇਹ ਜਿਹੜੇ ਤੁਸੀਂ ਥੋਪੇ ਆ ਨਾ, ਇਹ ਰੱਦ ਕਰੋਗੇ ਫਿਰ ਹੀ ਵਾਪਸ ਜਾਵਾਂਗੇ। ਦੇਖੋ, ਸਰਕਾਰਾਂ ਕਦੀ ਵੀ ਪਹਿਲੀ ਸੱਟੇ ਇਹ ਗੱਲ ਨਹੀਂ ਮੰਨਣਗੀਆਂ ਕਿ ਇਹ ਕਾਨੂੰਨ ਜਿਹੜਾ ਹੈ ਉਹ ਕਿਸਾਨਾਂ ਦੇ ਅਗੇਂਸਟ ਹੈ। ਉਹਨਾਂ ਨੇ ਤਾਂ ਇਸ ਗੱਲ ਦੀ ਐਡਵਰਟਾਈਜ਼ਮੈਂਟ ਕਰਨੀ ਹੈ, ਮਾਰਕੀਟਿੰਗ ਕਰਨੀ ਹੈ ਕਿ ਇਹ ਕਾਨੂੰਨ ਬਿਲਕੁਲ ਠੀਕ ਨੇ। ਔਰ ਮੈਂ ਦਾਅਵੇ ਨਾਲ ਕਹਿੰਦਾ ਕਿ ਸਾਡੇ ਕੋਲ ਇਹੋ ਜਿਹੇ ਬੁੱਧੀਜੀਵੀ ਤੇ ਇੰਟੈਲੈਕਚੁਅਲਸ ਹੈਗੇ ਨੇ ਜਿਹੜੇ ਕਿ ਮੋਦੀ ਅਗਰ ਸਾਹਮਣੇ ਲਾਈਵ ਹੋ ਕੇ ਬਹਿ ਜਾਵੇ, ਕ੍ਰਿਸ਼ੀ ਮੰਤਰੀ ਲਾਈਵ ਹੋ ਕੇ ਬਹਿ ਜਾਵੇ, ਤੇ ਦੂਜੇ ਬੰਨੇ ਜਿਹੜੇ ਨੇ ਇਸ ਕਾਨੂੰਨਾਂ ਦੇ ਜਿਹੜਾ ਨੇ ਸਟੱਡੀ ਕਰ ਲਈ ਐਕਸਪਰਟਸ ਬਹਿ ਜਾਣ, ਤਾਂ ਮੇਰੇ ਖਿਆਲ ਮੁਤਾਬਕ ਲਾਈਵ ਹੋ ਕਰਕੇ ਇਹ ਦੁਨੀਆ ਭਰ ਨੂੰ ਨਹੀਂ ਦੱਸ ਸਕਣਗੇ ਕਿ ਇਹ ਕਾਨੂੰਨ ਜਿਹੜੇ ਨੇ ਕਿਵੇਂ ਕਿਸਾਨਾਂ ਦੇ ਹੱਕ ਵਿੱਚ ਨੇ। ਇਹ ਕਿਸਾਨਾਂ ਦੇ ਅਗੇਂਸਟ ਨੇ ਔਰ ਸਕ੍ਰੈਪ ਹੋਣੇ ਚਾਹੀਦੇ ਨੇ। ਇਹਨਾਂ ਦੀ ਜਿਹੜੀ ਹੈ ਟੋਟਲ ਰੈਵੋਕੇਸ਼ਨ ਹੋਣੀ ਚਾਹੀਦੀ ਹੈ, ਇਹ ਖਤਮ ਹੋਣੇ ਚਾਹੀਦੇ ਨੇ। ਅਗਰ ਇਹ ਕਾਨੂੰਨ ਐਗਜ਼ਿਸਟ ਕਰਦੇ ਨੇ ਤਾਂ ਮੈਂ ਸਮਝਦਾ ਕਿ ਇਹ ਭਾਰਤ ਦੇ ਇਤਿਹਾਸ ਵਿੱਚ, ਪੰਜਾਬ ਦੇ ਇਤਿਹਾਸ ਵਿੱਚ, ਕਿਸਾਨਾਂ ਦੇ ਇਤਿਹਾਸ ਵਿੱਚ ਅਤੇ ਕਿਸਾਨੀ ਮਜ਼ਦੂਰਾਂ ਵਾਸਤੇ ਇਹ ਬੜਾ ਕਾਲਾ ਦਿਨ ਹੋਏਗਾ। ਪ੍ਰਸਵ ਜਿਹੜੀ ਲੋਕੇਸ਼ਨ ਤੇ ਖੜੇ ਆ ਨਾ, ਇਹਦੇ ਪਿੱਛੇ ਇੱਕ ਕੰਪੈਨ ਦਿਖਾਈ ਦੇ ਰਹੀ ਆ। ਪਿੱਛੇ ਉਹ ਤਸਵੀਰਾਂ ਵੀ ਮੈਂ ਕਹੂੰਗਾ ਕਿ ਉਹ ਵੀਰਾਂ ਦੇ ਦਿਖਾ ਲਓ, ਉੱਪਰ ਬੈਠੇ ਆ, ਠੰਡ ਦਾ ਮਾਹੌਲ ਆ ਤੇ ਖੁੱਲੇ ਅਸਮਾਨ ਦੀ ਛੱਤ ਆ, ਵੇਖ ਸਕਦੇ ਆ ਜਜ਼ਬਾ ਵਾ ਇਹਨਾਂ ਵੀਰਾਂ ਦਾ। ਨੌਜਵਾਨ ਆ ਸਾਰੇ, ਉੱਪਰ ਵੀ ਦੇਖੋ ਝੰਡੇ ਲੈ ਕੇ ਬੈਠੇ ਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲਾਇਆ। ਕਿਸਾਨ ਕੀ ਸਬਜ਼ੀ ਦਿੱਲੀ ਜਾ ਸਕਦੇ ਆ, ਤਾਂ ਕਿਸਾਨ ਕਿਉਂ ਨਹੀਂ ਦਿੱਲੀ ਜਾ ਸਕਦਾ। ਆਪਣੇ ਹੀ ਦੇਸ਼ ਵਿੱਚ, ਆਪਣੇ ਹੀ ਸ਼ਹਿਰ ਜਾਣਾ ਹੋਵੇ, ਰਾਜਧਾਨੀ ਜਾਣਾ ਹੋਵੇ ਤੇ ਕਿਸਾਨਾਂ ਨੂੰ ਮਨਾਹੀ ਆ ਉੱਥੇ। ਬੇਸ਼ੱਕ ਤੋੜ ਕੇ ਬੈਰੀਅਰ ਜ਼ਰੂਰ ਅੱਗੇ ਆਏ ਆ। ਦੇਖੋ ਏਦਾਂ ਹੈ, ਅਗਰ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਦੀ ਗੱਲ ਕਰੋ, ਆਰਟੀਕਲ 19 ਪਾਰਟ 3 ਦੇ ਮੁਤਾਬਕ ਫੰਡਾਮੈਂਟਲ ਰਾਈਟਸ ਦੇ ਵਿੱਚ ਇਹ ਚੀਜ਼ਾਂ ਆਂਦੀਆਂ ਨੇ ਕਿ ਤੁਸੀਂ ਬੜੇ ਫ੍ਰੀਲੀ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਵਿੱਚ ਇੰਡੀਆ ਦੇ ਵਿੱਚ ਮੂਵ ਕਰ ਸਕਦੇ ਹੋ, ਤੁਸੀਂ ਪੀਸਫੁਲ ਅਸੈਂਬਲੀਜ਼ ਕਰ ਸਕਦੇ ਹੋ, ਤੁਸੀਂ ਆਪਣੀ ਗੱਲ ਨੂੰ ਪੇਸ਼ ਕਰ ਸਕਦੇ ਹੋ, ਲੋਕਾਂ ਨਾਲ ਗੱਲ ਕਰ ਸਕਦੇ ਹੋ। ਔਰ ਇਹੋ ਗੱਲ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹਿਊਮਨ ਰਾਈਟਸ ਦਾ ਚਾਰਟਰ ਹੈ, ਉਹਦੇ ਵਿੱਚ ਵੀ ਇਹ ਚੀਜ਼ ਲਿਖੀ ਹੋਈ ਹੈ। ਔਰ ਹੈਰਾਨਗੀ ਦੀ ਗੱਲ ਹੈ ਕਿ ਅੱਜ 12 ਦਸੰਬਰ ਹੈ ਤੇ 10 ਦਸੰਬਰ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਮਨਾਇਆ ਗਿਆ ਹੈ। ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਹਿਊਮਨ ਰਾਈਟਸ ਦੀ ਪ੍ਰੋਟੈਕਸ਼ਨ ਕਰਦੇ ਹਾਂ, ਜਦ ਕਿ ਇਸ ਵੇਲੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਜਿਹੜੀ ਹੈ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਹੋ ਰਹੀ ਹੈ, ਉਹ ਇੱਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਜਿਹੜੇ ਆਪਣੀਆਂ ਕੰਬਾਈਨਾਂ ਲੈ ਕੇ ਆ ਰਹੇ ਨੇ, ਜਿਹੜੇ ਬਿਲਕੁਲ ਠੀਕ ਲਿਖਿਆ ਇਹਨਾਂ ਨੇ ਕਿ ਅਸੀਂ ਕਿਸਾਨ ਦੀ ਸਬਜ਼ੀ ਤੇ ਦਿੱਲੀ ਜਾ ਸਕਦੀ ਹੈ, ਤਾਂ ਕਿਸਾਨ ਦੇ ਕੰਬਾਈਨਾਂ ਕਿਉਂ ਨਹੀਂ ਜਾ ਸਕਦੀਆਂ? ਕਿਸਾਨ ਖੁਦ ਕਿਉਂ ਨਹੀਂ ਜਾ ਸਕਦੇ? ਜਾ ਸਕਦੇ ਨੇ, ਕਿਉਂ ਨਹੀਂ ਜਾ ਸਕਦੇ? ਬਹੁਤ ਰੋਕਾਂ ਲਾਈਆਂ ਸੀ, ਖੱਟਰ ਰਾਈਟਸ ਦੀ ਵਾਇਓਲੇਸ਼ਨ ਹੈ। ਬੜੀਆਂ ਰੋਕਾਂ ਲੱਗੀਆਂ ਸੀ। ਜੇ ਖੱਟਰ ਸਰਕਾਰ ਵੱਲੋਂ ਰੋਕਾਂ ਲਾਉਣ ਦੇ ਬਾਵਜੂਦ ਵੀ ਇਹ ਕਿਸਾਨ ਇੱਥੇ ਪਹੁੰਚੇ ਤੇ ਇੱਥੇ ਆਣ ਕੇ ਬਹਿ ਗਏ ਸੀ। ਪਹਿਲੇ ਦਿਨ ਤੋਂ ਅਕਾਲ ਚਲਾਣ ਨੂੰ ਲਗਾਤਾਰ ਤਸਵੀਰਾਂ ਦਿਖਾਈਆਂ ਜਾ ਰਹੀਆਂ, ਕਿਉਂਕਿ ਇਸ ਜਗ੍ਹਾ ਦੇ ਉੱਤੇ ਵੀ ਬੰਦ ਕੀਤਾ ਸੀ, ਬੈਰੀਕੇਡਿੰਗ ਸੀ। ਅੱਗੇ ਜਗ੍ਹਾ ਤੋਂ ਬੈਰੀਕੇਡਿੰਗ ਸਾਈਡ ਕਰਕੇ ਥੋੜਾ ਅੱਗੇ ਜਾਂਦੇ ਆ ਤੇ ਕਿਸਾਨ ਆਗੂ ਕਹਿੰਦੇ ਕਿ ਨਹੀਂ ਤੁਸੀਂ ਇੱਥੇ ਬੈਠ ਜਾਓ, ਤੇ ਇਹ ਜਿਹੜੇ ਨੌਜਵਾਨ ਆ, ਜਿਹੜੀ ਨੌਜਵਾਨੀ ਆ ਸਾਡੀ, ਉਹ ਉੱਥੇ ਬੈਠ ਜਾਂਦੀ ਤੇ ਲਗਾਤਾਰ ਇੱਥੇ ਪ੍ਰੋਟੈਸਟ ਹੋ ਰਿਹਾ। ਇੰਨੀ ਗੁਰੂ ਸਾਹਿਬ ਦੀ ਕਿਰਪਾ ਹੈਗੀ ਆ, 4 ਫੇਰੇ ਲੰਗਰ ਵੀ ਲੱਗੇ ਆ, ਸਾਰਾ ਕੁਝ ਹੋ ਰਿਹਾ, ਵਰਤਾਰਾ ਵਰਤ ਰਿਹਾ ਗੁਰੂ ਸਾਹਿਬ ਦਾ। ਕੋਈ ਵੀ ਇੱਥੇ ਵਾਇਲੈਂਸ ਨਹੀਂ ਪੈਦਾ ਕੀਤਾ ਜਾ ਰਿਹਾ।
ਐ ਸ਼ਾਂਤਮਈ ਬੈਠੇ ਆ, ਸ਼ਾਂਤਮਈ ਸੰਘਰਸ਼ ਚੱਲ ਰਿਹਾ ਵਾ। ਮੀਟਿੰਗ ਚੱਲ ਰਹੀ ਹੈ ਜਿੱਥੇ ਤੁਸੀਂ ਹੈਗੇ ਆ ਇਸ ਟਾਈਮ ਦੇ ਉੱਤੇ। ਇੱਥੇ ਮੀਟਿੰਗ ਚੱਲਦੀ ਹੁੰਦੀ ਸੀ, ਥੋੜਾ ਪਿੱਛੇ ਉਹਨਾਂ ਮੀਟਿੰਗ ਕਰਤੀ ਹੈ, ਕਿਥੇ ਸਟੇਜ ਲੱਗੀ ਹੈ ਨਾਲ, ਇਧਰਲੇ ਪਾਸੇ ਸਟੇਜ ਆ ਤੇ ਇਧਰਲੇ ਪਾਸੇ ਦਿੱਲੀ ਨਾਲ ਗੱਲਬਾਤ ਹੋ ਰਹੀ ਆ। ਗੱਲਬਾਤ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲ ਰਿਹਾ ਤੇ ਕਿਸਾਨ ਤੇ ਹਾਰ ਕੇ ਇਹ ਲੈ ਕੇ ਵੀ ਵੀਰ ਆਏ ਸੀ ਤੇ ਰਾਤੀ ਇਹਨਾਂ ਨਾਲ ਗੱਲਬਾਤ ਹੋਈ ਤੇ ਇਹਨਾਂ ਨੇ ਪਤਾ ਕੀ ਕਿਹਾ ਸੀ ਕਿ ਅਸੀਂ ਇੱਕ ਇੱਥੇ ਲੈ ਕੇ ਆਏ ਆ, 499 ਪਿੱਛੇ ਆ, ਜੇ ਤੁਸੀਂ ਇੱਕ ਜੋ ਦਿਨ ਨਹੀਂ ਮੰਨੋਗੇ 500 ਤੁਹਾਡੇ ਕੋਲ ਸ਼ੁਰੂਆਤੀ ਆਊਗੀ ਤੇ ਉਸ ਤੋਂ ਬਾਅਦ ਫਿਰ ਕਾਫਲੇ ਇਹਨਾਂ ਦੇ ਆਉਣਗੇ ਤੇ ਅਸੀਂ ਦਿੱਲੀ ਨੂੰ ਚਾਰਜ ਫਿਰ ਬੰਦ ਕਰ ਦਾਂਗੇ। ਦੇਖੋ ਜੀ, ਅਸੀਂ ਦੋ ਤਿੰਨ ਗੱਲਾਂ ਕੀਤੀਆਂ ਨੇ। ਨੰਬਰ 1 ਗੱਲ ਕਿ ਜਿੱਥੇ ਤੱਕ ਨੌਜਵਾਨਾਂ ਦਾ ਸਵਾਲ ਹੈ, ਇਹਨਾਂ ਨੇ ਆਪਣੇ ਕਿਸਾਨ ਆਗੂਆਂ ਦੀ ਅਗਵਾਈ ਦੇ ਵਿੱਚ ਇੱਕ ਪੂਰਨ ਅਨੁਸ਼ਾਸਨ ਦਿਖਾਇਆ, ਜੋਸ਼ ਵੀ ਦਿਖਾਇਆ ਤੇ ਹੋਸ਼ ਵੀ ਦਿਖਾਇਆ। ਹੋਰ ਉਸ ਦੀ ਤਾਰੀਫ ਸਿਰਫ ਇੰਡੀਆ ਵਿੱਚ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਵਰਲਡ ਲੈਵਲ ਤੇ ਇਹ ਤਾਰੀਫ ਕੀਤੀ ਜਾ ਰਹੀ ਹੈ। ਔਰ ਇਸੇ ਅਨੁਸ਼ਾਸਨ ਕਰਕੇ ਹੀ, ਇਹ ਡਿਸਪਲਿਨ ਕਰਕੇ ਹੀ ਵੱਖ-ਵੱਖ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ, ਐਮਪੀਸ ਨੇ, ਉਹ ਸਮਰਥਨ ਸਾਨੂੰ ਦੇ ਰਹੇ ਨੇ। ਨੰਬਰ 1 ਗੱਲ ਕਿ ਕੋਈ ਵੀ ਕੌਮ, ਕੋਈ ਵੀ ਸੰਘਰਸ਼ ਬਗੈਰ ਅਨੁਸ਼ਾਸਨ ਦੇ, ਬਗੈਰ ਮਰਿਆਦਾ ਦੇ, ਬਗੈਰ ਡਿਸਪਲਿਨ ਦੇ ਨਹੀਂ ਜਿੱਤਿਆ ਜਾ ਸਕਦਾ। ਇੱਕ ਗੱਲ। ਦੂਸਰੀ ਗੱਲ ਤੁਸੀਂ ਕੀਤੀ ਹੈ ਕਿ ਭਈ ਇੱਕ ਕੰਬਾਈਨ ਆਈ ਹੈ, 499 ਅਜੇ ਹੋਰ ਨੇ। ਗੱਲ ਕਹਿੰਦੇ ਨੇ ਜਥੇ ਤੋਰੇ ਆ, ਉਹ ਵੀ ਕਹਿੰਦੇ ਸੀ ਕਿ 500 ਹੀ ਤੋਰੀ ਹੈ। ਇਹ ਸਿਰਫ ਕੰਬਾਈਨਾਂ ਨਹੀਂ ਹੈਗੀਆਂ, ਇਹ ਫਾਰਮਰਸ ਦੇ ਟ੍ਰੇਡ ਟੂਲਸ ਨੇ। ਟ੍ਰੇਡ ਟੂਲਸ ਨੇ। ਕਿਸਾਨਾਂ ਨੂੰ ਪੂਰਾ ਹੱਕ ਹੈ ਜਿੱਥੇ ਕਿ ਉਹ ਆਪਣੀ ਟਰੈਕਟਰ ਟਰਾਲੀਆਂ ਲੈ ਕਰਕੇ ਪੰਜਾਬ ਤੋਂ ਤੇ ਵੱਖ-ਵੱਖ ਥਾਵਾਂ ਤੋਂ ਇੱਥੇ ਆਏ ਨੇ। ਇਸੇ ਤਰੀਕੇ ਨਾਲ ਉਹਨਾਂ ਨੂੰ ਪੂਰਾ ਜਮਹੂਰੀਅਤ ਦਾ ਹੱਕ ਹੈ, ਫੰਡਾਮੈਂਟਲ ਰਾਈਟਸ ਵਿੱਚ ਆਉਂਦਾ ਹੈ ਕਿ ਉਹ ਆਪਣੀਆਂ ਇਹ ਕੰਬਾਈਨਾਂ ਲੈ ਕਰਕੇ ਦੁਨੀਆ ਨੂੰ ਦੱਸਣ ਕਿ ਅਸੀਂ ਇਸ ਵੇਲੇ ਪੂਰੇ ਭਾਰਤ ਦਾ ਢਿੱਡ ਭਰਦੇ ਪਏ ਆ। ਇਹ ਕੰਬਾਈਨਾਂ ਨੇ, ਇਹ ਸਾਡੇ ਟ੍ਰੇਡ ਟੂਲਸ ਨੇ। ਇਹ ਕੋਈ ਕਿਸੇ ਨੂੰ ਮਾਰਨ ਵਾਸਤੇ ਹਥਿਆਰ ਨਹੀਂ ਹੈਗੇ, ਇਹ ਕੋਈ ਕਿਸੇ ਨੂੰ ਗੋਲੀ ਮਾਰਨ ਵਾਸਤੇ ਹਥਿਆਰ ਨਹੀਂ ਹੈਗੇ। ਇਹ ਕਿਸਾਨਾਂ ਦੀ ਜੀਵਿਕਾ ਦਾ, ਲਾਈਵਲੀਹੁੱਡ ਦਾ ਇਹ ਸਾਧਨ ਨੇ। ਤਾਂ ਇਹਨਾਂ ਨੂੰ ਪੂਰਾ ਜਮਹੂਰੀਅਤ ਰਾਈਟ ਹੈ, ਇਹਨਾਂ ਨੂੰ ਫੰਡਾਮੈਂਟਲ ਰਾਈਟ ਹੈ ਕਿ ਇਹ ਕੰਬਾਈਨਾਂ ਲੈ ਕਰਕੇ ਦਿੱਲੀ ਦੇ ਵਿੱਚ ਜਾਣ, ਪ੍ਰੈਸ਼ਰ ਬਣਾਉਣ। ਹੁਣ ਮੈਂ ਸਮਝਦਾ ਕਿ ਨਰਿੰਦਰ ਮੋਦੀ ਜਿਹੜਾ ਕਿ ਕੁਝ ਦਿਨ ਪਹਿਲਾਂ ਬਿਲਕੁਲ ਗੂੰਗਾ ਬਣ ਕੇ ਬੈਠਾ ਸੀਗਾ, ਉਸ ਨਰਿੰਦਰ ਮੋਦੀ ਨੇ ਅੱਜ ਕੀ ਬਿਆਨ ਦਿੱਤਾ ਹੈ, ਪੰਜਾਬੀ ਟ੍ਰਿਬਿਊਨ ਮੈਂ ਪੜ੍ਹਿਆ, ਉਹਨੇ ਬਿਆਨ ਦਿੱਤਾ ਹੈ ਕਿ ਕਿਸਾਨ ਆਗੂ ਮੰਤਰੀ ਜਿਹੜਾ ਸੈਂਟਰਲ ਦਾ ਗੋਇਲ ਹੈ ਅਤੇ ਜਿਹੜਾ ਤੋਮਰ ਹੈ, ਉਹਦੀ ਗੱਲ ਧਿਆਨ ਨਾਲ ਸੁਣਨ ਤੇ ਉਹਤੇ ਅਮਲ ਕਰਨ। ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਮੋਦੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਮੋਦੀ ਜੀ, ਤੁਸੀਂ ਇਹ ਜਿਹੜਾ ਹੈ ਕਿਸਾਨਾਂ ਦੀ ਗੱਲ ਸੁਣੋ, ਤੁਸੀਂ ਤੋਮਰ ਦੀ ਤੇ ਗੱਲ ਤੇ ਗੋਇਲ ਦੀ ਗੱਲ ਨਾ ਸੁਣੋ। ਇਹ ਜਿੰਨਾ ਛੇਤੀ ਤੁਸੀਂ ਇਸ ਨੂੰ ਸੋਲਵ ਕਰ ਲਓਗੇ ਚੰਗਾ ਹੈ, ਨਹੀਂ ਤਾਂ ਜੇ 500-700 ਕੰਬਾਈਨਾਂ ਅਤੇ ਟਰੈਕਟਰ ਟਰਾਲੀਆਂ ਜਾ ਕੇ ਦਿੱਲੀ ਨੂੰ ਘੇਰ ਲਿਆ ਤਾਂ ਉਹਦੇ ਬਾਅਦ ਜਿਹੜਾ ਹੈ ਇਹ ਬੜੀ ਵੱਡੀ ਇੱਕ ਸਮੱਸਿਆ ਖੜੀ ਹੋ ਜਾਏਗੀ। ਇੱਥੇ ਹੰਕਾਰ ਦੀ ਗੱਲ ਨਹੀਂ ਹੈ, ਇੱਥੇ ਅੜੀਅਲਪਣੇ ਦੀ ਗੱਲ ਨਹੀਂ ਹੈਗੀ। ਮੋਦੀ ਨੂੰ ਇਸ ਵੇਲੇ ਬਤੌਰ ਪ੍ਰਧਾਨ ਮੰਤਰੀ ਜਿਹੜਾ ਹੈ ਇਹ ਆਪਣਾ ਰਵੱਈਆ ਬਦਲ ਕੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਇਹ ਸਾਰਾ ਕਾਨੂੰਨ ਜਿਹੜਾ ਹੈ ਸਕ੍ਰੈਪ ਕਰਨੇ ਚਾਹੀਦੇ ਨੇ, ਇਹ ਖਤਮ ਕਰਨੇ ਚਾਹੀਦੇ ਨੇ। ਮੈਂ ਸਮਝਦਾ ਕਿ 19 ਤਰੀਕ ਨੂੰ, 19 ਦਸੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ, ਸ਼ਹੀਦੀ ਦਿਹਾੜਾ ਹੈਗਾ। ਹੋਰ ਇਹ ਜਿਹੜਾ ਜੋ ਕੁਝ ਸਾਨੂੰ ਪ੍ਰੇਰਣਾ ਮਿਲਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੀਗੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਸਤੇ, ਕਿਸੇ ਧਰਮ ਦੀ ਰੱਖਿਆ ਕਰਨ ਵਾਸਤੇ। ਘਰਾਂ ਦਾ ਘਾਣ ਹੋ ਰਿਹਾ ਵਾ, ਇਹ ਘਾਣ ਹੀ ਕਹਿ ਸਕਦੇ ਆ ਕੋਈ ਹਵਾ ਜੀ, ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ। ਮੈਂ ਤਾਂ ਉਹ ਗੱਲ ਕੀਤੀ ਤੁਹਾਨੂੰ ਕਿ ਇਸ ਵੇਲੇ ਜਿਹੜਾ ਹੈ ਜੋ ਕੁਝ ਵੀ ਹਰਿਆਣੇ ਦੇ ਵਿੱਚ ਹੋਇਆ, ਜੋ ਇੱਥੇ ਹੋ ਰਿਹਾ ਹੈ, ਜੋ ਸਾਨੂੰ ਜਾਣ ਨਹੀਂ ਦਿੱਤਾ ਜਾਂਦਾ ਅੱਗੇ, ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ। ਮੈਂ ਇਹ ਸਮਝਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਸਮੇਂ 19 ਤਰੀਕ ਨੂੰ ਜਿਹੜਾ ਉਹਨਾਂ ਦਾ ਦਿਹਾੜਾ ਆ ਰਿਹਾ ਹੈ, ਸ਼ਹੀਦੀ ਸਮਾਗਮ ਆ ਰਿਹਾ ਹੈ, ਸਾਨੂੰ ਇਹ ਚੀਜ਼ ਸਰਕਾਰ ਤੱਕ ਕਨਵੇ ਕਰ ਦੇਣੀ ਚਾਹੀਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਦੂਜੇ ਧਰਮ ਦੀ ਰੱਖਿਆ ਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਤਾਂ ਕਿਸਾਨ ਆਪਣੇ ਹੱਕਾਂ ਦੀ ਰੱਖਿਆ ਵਾਸਤੇ ਵੀ ਕਿਸੇ ਵੀ ਪ੍ਰਕਾਰ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਰਹੇਗਾ। ਇਸ ਵੇਲੇ ਗਲੋਬਲ ਲੈਵਲ ਦੇ ਉੱਤੇ ਸਾਰਿਆਂ ਦਾ ਧਿਆਨ ਜਿਹੜਾ ਹੈ ਉਹ ਇਸ ਕਿਸਾਨ ਜਿਹੜੀ ਇਹ ਅੰਦੋਲਨ ਚੱਲ ਰਿਹਾ ਹੈ ਉਹਦੇ ਉੱਤੇ ਫੋਕਸ ਕੀਤਾ ਹੋਇਆ ਹੈ। ਤੇ ਜੇਕਰ 19 ਤਰੀਕ ਨੂੰ ਇਹ ਰਿਜ਼ੋਲਵ ਕਰਨ, ਕਿਸਾਨ ਜਥੇਬੰਦੀਆਂ ਇਹ ਫੈਸਲਾ ਕਰਨ ਕਿ ਅਸੀਂ ਇਹ ਸ਼ਹਾਦਤ ਵਾਲੇ ਦਿਨ
ਇਹ ਫੈਸਲਾ ਕਰ ਰਹੇ ਹਾਂ ਕਿ ਇਸ ਆਪਣੀ ਮੰਜ਼ਿਲ ਤੱਕ ਪਹੁੰਚਣ ਵਾਸਤੇ ਸਾਨੂੰ ਕੋਈ ਵੱਡੀ ਤੋਂ ਵੱਡੀ ਕੁਰਬਾਨੀ ਵੀ ਦੇਣੀ ਪਈ ਤਾਂ ਅਸੀਂ ਦੇਵਾਂਗੇ। ਮੈਨੂੰ ਲੱਗਦਾ ਹੈ ਕਿ ਗਲੋਬਲ ਲੈਵਲ ਦੇ ਉੱਤੇ ਇਹ ਮੋਦੀ ਵਾਸਤੇ ਬੜਾ ਵੱਡਾ ਚੁਣੌਤੀ ਬਣੇਗੀ। ਸਭ ਪੰਜ ਪਿਆਰੇ ਸਾਹਿਬਾਨ ਵੀ ਨਾਲ ਸਾਡੇ ਨਾਲ ਅੰਮ੍ਰਿਤਸਰ ਤੋਂ ਮੇਰੇ ਰਾਈਟ ਹੈਂਡ ਸਾਈਡ ਤੇ ਭਾਈ ਸੁਖਰਾਜ ਸਿੰਘ ਜੀ ਵਿਰਕਾ, ਭਾਈ ਮਹਾਵੀਰ ਸਿੰਘ ਜੀ ਸੁਲਤਾਨਵਿੰਡ ਅਤੇ ਮੇਰੇ ਲੈਫਟ ਹੈਂਡ ਸਾਈਡ ਤੇ ਭਾਈ ਸਤਨਾਮ ਸਿੰਘ ਜੀ ਝੰਜੀਆਂ, ਪੰਜ ਪਿਆਰਿਆਂ ਚੋਂ ਭਾਈ ਤਰਲੋਕ ਸਿੰਘ ਜੀ ਪੰਜ ਪਿਆਰਿਆਂ ਚੋਂ। ਇਹ ਉਹ ਪੰਜ ਪਿਆਰੇ ਨੇ ਜਿਨ੍ਹਾਂ ਨੇ ਕਿ ਗੁਰਮੀਤ ਰਾਮ ਨੂੰ ਜਿਸ ਵੇਲੇ ਮਾਫ ਕੀਤਾ ਗਿਆ ਸੀਗਾ, ਉਸ ਵੇਲੇ ਇਹਨਾਂ ਨੇ ਸੱਚ ਤੇ ਪਹਿਰਾ ਦਿੰਦੇ ਹੋਏ, ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਇੱਕ ਗਿਆਨੀ ਗੁਰਬਚਨ ਸਿੰਘ ਨੂੰ ਅਤੇ ਮੱਕੜ ਪ੍ਰਧਾਨ ਨੂੰ ਲਲਕਾਰਿਆ ਸੀ, ਵੰਗਾਰਿਆ ਸੀਗਾ ਤੇ ਉਹਨਾਂ ਨੂੰ ਕਿਹਾ ਸੀ ਆ ਕੇ ਸਪਸ਼ਟੀਕਰਨ ਦਿਓ। ਅੱਜ ਉਹ ਪੰਜ ਪਿਆਰੇ ਜਿਹੜੇ ਨੇ ਇੱਥੇ ਆਏ ਨੇ। ਮੈਂ ਇਹ ਵੀ ਗੱਲ ਤੁਹਾਡੇ ਸਰੋਤਿਆਂ ਨਾਲ ਸਾਂਝੀ ਕਰ ਲਵਾਂ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਹੁਣ ਤੱਕ ਅਸੀਂ 4 ਕਿਸਾਨ ਸ਼ਹੀਦ ਪਰਿਵਾਰਾਂ ਨੂੰ 1-1 ਲੱਖ ਰੁਪਈਆ ਦੇ ਚੁੱਕੇ ਹਾਂ, ਜਿਹੜੇ ਕਿ ਕਿਸਾਨ ਇਸ ਮੂਵਮੈਂਟ ਦੇ ਦੌਰਾਨ, ਇਸ ਸੰਘਰਸ਼ ਦੇ ਦੌਰਾਨ ਜਿਹੜੇ ਸ਼ਹੀਦ ਹੋਏ ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਭਾਈ ਧੰਨਾ ਸਿੰਘ ਜੀ ਸੀਗੇ ਮਾਨਸਾ ਜ਼ਿਲ੍ਹੇ ਦੇ, ਇੱਕ ਜੋਤੀ ਲਾਲ ਜੀ ਜਨਕ ਰਾਜ ਜੀ ਜਿਹੜੇ ਸੀਗੇ ਉਹ ਬਰਨਾਲੇ ਦੇ ਸੀਗੇ, ਤੇ ਹਰਬੰਸ ਸਿੰਘ ਪਟਿਆਲੇ ਤੋਂ, ਤੇ ਇੱਕ ਬਲਜਿੰਦਰ ਸਿੰਘ ਜਿਹੜੇ ਸੀਗੇ ਲੁਧਿਆਣੇ ਤੋਂ। ਅਸੀਂ ਉਹਨਾਂ ਨੂੰ 1-1 ਲੱਖ ਰੁਪਏ ਦਿੱਤਾ ਹੈ। ਇਹ ਮੈਂ ਮਹਿਸੂਸ ਕਰਦਾ ਤੁਹਾਡੇ ਇਸ ਚੈਨਲ ਦੇ ਰਾਹੀਂ ਮੈਂ ਆਵਾਜ਼ ਭੇਜਣਾ ਚਾਹੁੰਦਾ ਕਿ ਇਹ ਸਾਡਾ ਕੌਮੀ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਇਸ ਕੌਮੀ ਜ਼ਿੰਮੇਵਾਰੀ ਨੂੰ ਸਾਰੀਆਂ ਜਥੇਬੰਦੀਆਂ ਰਲ ਕੇ ਇਹਨਾਂ ਪਰਿਵਾਰਾਂ ਨੂੰ, ਜਿਹੜੇ ਸ਼ਹੀਦ ਪਰਿਵਾਰ ਨੇ ਕਿਸਾਨਾਂ ਦੇ, ਇਹਨਾਂ ਦੇ ਪਰਿਵਾਰਾਂ ਨੂੰ ਅਸੀਂ ਸੰਭਾਲੀਏ, ਇਹਨਾਂ ਦੇ ਬੱਚਿਆਂ ਨੂੰ ਸੰਭਾਲੀਏ ਤੇ ਇਹ ਸਾਡਾ ਕੌਮੀ ਜ਼ਿੰਮੇਵਾਰੀ ਹੈ, ਕੌਮੀ ਫਰਜ਼ ਬਣਦਾ ਹੈ। ਜੀ ਮੈਂ ਚੱਲਦਾ ਪੰਜ ਪਿਆਰਿਆਂ ਵੱਲ, ਕਿਉਂਕਿ ਸਮੇਂ-ਸਮੇਂ ਤੇ ਆਵਾਜ਼ ਬੁਲੰਦ ਕੀਤੀ ਸੀ ਤੁਸੀਂ ਤੇ ਅੱਜ ਫਿਰ ਕਿਸਾਨਾਂ ਦੇ ਨਾਲ ਖੜੇ ਹੋ ਆ ਕੇ। ਭਾਈ ਸਾਹਿਬ ਬੜੀ ਬਖੂਬੀ ਦੱਸ ਚੁੱਕੇ ਆ ਕਿ ਜਦੋਂ ਤੁਸੀਂ ਐਸਜੀਪੀਸੀ ਦੇ ਵਿੱਚ ਸੇਵਾਵਾਂ ਕਰਦੇ ਸੀ, ਉਸ ਤੋਂ ਬਾਅਦ ਦੇ ਵਿੱਚ ਐਸਜੀਪੀਸੀ ਵੱਲੋਂ ਜਦੋਂ ਆਵਾਜ਼ ਚੁੱਕੀ ਸੀ, ਤੁਸੀਂ ਇੱਕ ਸੱਚ ਦੀ ਆਵਾਜ਼ ਚੁੱਕੀ ਸੀ, ਉਹਨਾਂ ਨੇ ਤੁਹਾਨੂੰ ਕੁਝ ਫਤਵੇ ਜਾਰੀ ਕੀਤੇ ਸੀ। ਤੇ ਅੱਜ ਵੀ ਉਹ ਗੱਲ ਹੋ ਰਹੀ ਆ ਕਿ ਫਤਵੇ ਦਿੱਲੀ ਜਾਰੀ ਕਰ ਰਹੀ ਆ, ਪਰ ਫਤਵੇ ਜਾਰੀ ਕਰ ਰਹੀ ਆ ਕਿਸਾਨਾਂ ਵਾਸਤੇ, ਤੇ ਕਿਸਾਨ ਤੇ ਹਰ ਇੱਕ ਘਰ ਦੇ ਵਿੱਚ ਨਿਵਾਲਾ ਦਿੰਦਾ ਵਾ, ਰੋਟੀ ਪਾਣੀ ਦਿੰਦਾ ਵਾ, ਤੇ ਜੇ ਉਹਦੀ ਆਵਾਜ਼ ਹੀ ਨਹੀਂ ਸੁਣੀ ਜਾਊਗੀ, ਇਸ ਟਾਈਮ ਤੇ ਆਵਾਜ਼ ਨਹੀਂ ਸੁਣੀ ਜਾ ਰਹੀ, ਕਿਉਂਕਿ ਦਿੱਲੀ ਦੇ ਜੋ ਆਪਣੇ ਫੈਸਲੇ ਲਏ ਜਾਂਦੇ ਆ, ਜੇ ਕਿਸਾਨਾਂ ਦੀ ਮੀਟਿੰਗ ਹੁੰਦੀ ਆ ਤੇ ਉਹਦੇ ਵਿੱਚ ਕੋਈ ਖਾਸ ਫੈਸਲਾ ਨਹੀਂ ਮਿਲਦਾ, ਕਿਸਾਨ ਵਿਚਾਰੇ ਫੇਰ ਆਉਂਦੇ, ਉਸ ਤੋਂ ਬਾਅਦ ਫੇਰ ਕਹਿੰਦੇ ਕਿ ਅਸੀਂ ਮੀਟਿੰਗ ਵਾਸਤੇ ਤਿਆਰ ਹੁੰਨੇ ਆ, ਪਰ ਕੋਈ ਫੈਸਲਾ ਨਹੀਂ ਆ ਰਿਹਾ। ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਾਹਿਬ ਨੂੰ ਲੱਗਦਾ ਤੁਹਾਨੂੰ ਇਹ ਮੰਨਣਗੇ ਜਾਂ ਅੜੀ ਵਤੀਰਾ ਇਹ ਲੋਕ ਵਿਚਾਰੇ ਇਸੇ ਤਰ੍ਹਾਂ ਬੈਠੇ ਰਹਿਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਦੱਸ ਚੁੱਕੇ ਹੋ, ਅਸੀਂ ਉਸ ਸਮੇਂ ਵੀ ਹੱਕ ਸੱਚ ਦੀ ਆਵਾਜ਼ ਅਕਾਲ ਤਖਤ ਸਾਹਿਬ ਤੋਂ ਬੁਲੰਦ ਕੀਤੀ ਸੀ। ਇਸ ਸਮੇਂ ਵੀ ਮੋਦੀ ਸਰਕਾਰ, ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਨੂੰ ਖੋਇਆ ਜਾ ਰਿਹਾ ਹੈ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ, ਪੰਜਾਬ ਦੇ ਵੀਰਾਂ ਦੇ ਨਾਲ, ਸਾਰੀ ਇਨਸਾਨੀ ਦੇ ਅਸੀਂ ਨਾਲ ਆ ਤੇ ਡਟ ਕੇ ਰਹਾਂਗੇ ਤੇ ਇਹਨਾਂ ਦੇ ਹੌਸਲੇ ਬੁਲੰਦ ਵੇਖਣ ਵਾਸਤੇ, ਦਰਸ਼ਨ ਕਰਨ ਵਾਸਤੇ ਤੇ ਇਹਨਾਂ ਨੂੰ ਹੌਸਲਾ ਦੇਣ ਵਾਸਤੇ ਅਸੀਂ ਇੱਥੇ ਆਏ ਹਾਂ ਜੀ। ਜਿਹੜੇ ਹੌਸਲੇ ਬੁਲੰਦ ਜਿੰਨੇ ਸਿੱਖ ਸੰਗਤਾਂ ਦੇ ਤੇ ਜਿੰਨੇ ਕਿਸਾਨ ਭਰਾਵਾਂ ਦੇ ਹੌਸਲੇ ਬੁਲੰਦ ਨੇ, ਉਸ ਤੋਂ ਤੇ ਸਾਨੂੰ ਜਿੱਤ ਆਪਣੇ ਬੁਲੰਦੀਆਂ ਤੇ ਆਈ ਲੱਗਦੀ ਆ। ਇਹ ਜੇ ਦੇਸ਼ ਦਾ ਹਿੱਤ ਚਾਹੁੰਦੇ ਹਨ, ਜੇ ਦੇਸ਼ ਨੂੰ, ਕਿਸਾਨਾਂ ਨੂੰ, ਜੇ ਆਪਣੇ ਵਾਕਿਆ ਹੀ ਰਾਜ ਭਾਗ ਕਰਨ ਦੀ ਕਾਬਲੀਅਤ ਰੱਖਦੇ ਹਨ ਤੇ ਇਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਤੁਰੰਤ ਮੰਗ ਲੈਣੀ ਚਾਹੀਦੀਆਂ ਹਨ ਤੇ ਦੇਸ਼ ਦੇ ਭਲੇ ਵਾਸਤੇ ਸੋਚਣਾ ਚਾਹੀਦਾ। ਬਿਲਕੁਲ ਜੀ, ਪ੍ਰਧਾਨ ਮੰਤਰੀ ਨੂੰ ਇੱਕੋ ਮੈਸੇਜ ਆ ਕਿ ਤੁਸੀਂ ਦੇਸ਼ ਦੇ ਭਲੇ ਵਾਸਤੇ ਸੋਚੋ, ਜੇ ਭਲੇ ਵਾਸਤੇ ਸੋਚੋਗੇ ਤੇ ਨਾ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਵੀ ਜ਼ਰੂਰੀ ਆ। ਸਾਡੇ ਨਾਲ ਮਹਾਵੀਰ ਸਿੰਘ ਆ ਵਿਰਕਾ ਸਾਹਿਬ, ਬਾਬਾ ਪਹਿਲਾਂ ਫਤਿਹ ਸਾਂਝ ਪਾਉਣੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੀ ਸੰਘਰਸ਼ ਦਾ ਹਿੱਸਾ ਬਣੇ ਹੋ, ਕਿਸਾਨ ਅੰਦੋਲਨ, ਇੱਥੇ ਕੋਈ ਅੱਤਵਾਦੀ ਦੀ ਨਹੀਂ ਗੱਲ ਹੋ ਰਹੀ, ਕੋਈ ਵੱਖਵਾਦੀ ਨਹੀਂ ਗੱਲ ਹੋ ਰਹੀ, ਇੱਥੇ ਨਾ ਖਾਲਿਸਤਾਨ ਦੀ ਮੰਗ ਨਹੀਂ ਹੋ ਰਹੀ, ਕਿਉਂਕਿ ਅੱਜ ਕਿਸਾਨੀ ਦੀ ਗੱਲ ਆ ਪ੍ਰਧਾਨ ਸਾਹਿਬ, ਤੇ ਅਸੀਂ ਉਹੀ ਗੱਲ ਕਰਾਂਗੇ। ਹਾਂ, ਮੋਰਚੇ ਲੱਗੇ ਸੀ, ਅਸੀਂ ਉਹਨਾਂ ਮੋਰਚੇ ਦਾ ਹਿੱਸਾ ਬਣੇ ਸੀ, ਪਰ ਅੱਜ ਜੋ ਕਿਸਾਨ ਅੰਦੋਲਨ ਹੋ ਰਹੇ ਨਾ, ਅੱਜ ਗੱਲ ਇਹਦੀ ਹੋ ਰਹੀ ਆ, ਤੁਸੀਂ ਵੀ ਸਟੇਜ ਤੋਂ ਆਏ ਹੋ, ਕਿਸਾਨੀ ਦੀ ਗੱਲ ਕਰ ਰਹੇ ਆ, ਪਰ ਕਿਤੇ ਨਾ ਕਿਤੇ ਨਾ ਗੋਦੀ ਮੀਡੀਆ ਭੰਡ ਜ਼ਰੂਰ ਆ ਕਿ ਇਹ ਸਾਰੇ ਖਾਲਿਸਤਾਨੀ ਆ, ਇਦਾਂ ਵਾ। ਕੀ ਲੱਗਦਾ ਤੁਹਾਨੂੰ? ਇਹ ਜਿਹੜਾ ਗੋਦੀ ਮੀਡੀਆ ਵਾ, ਇਹ ਪਹਿਲਾਂ ਤੋਂ ਹਮੇਸ਼ਾ ਹੀ ਭੰਡਦਾ ਆਇਆ ਵਾ ਸਿੱਖ ਪੰਥ ਨੂੰ, ਤੇ ਜਦੋਂ ਕੋਈ ਵੀ ਸੰਘਰਸ਼ ਹੱਕਾਂ ਦੀ ਗੱਲ ਚੱਲਦੀ ਆ ਤੇ ਜਿਹੜਾ ਗੋਦੀ ਮੀਡੀਆ ਵਾ ਇਹ ਦੱਬ ਕੇ ਸਿੱਖਾਂ ਨੂੰ ਭੰਡਦਾ। ਇਹ ਬਲਕਿ ਜਿਹੜਾ ਸੰਘਰਸ਼ ਹੁਣ ਸਿੱਖਾਂ ਦਾ ਨਹੀਂ ਰਹਿ ਗਿਆ, ਨਾ ਪੰਜਾਬ ਦਾ ਰਹਿ ਗਿਆ, ਇਹ ਪੂਰੇ ਭਾਰਤ ਲੈਵਲ ਦਾ ਸੰਘਰਸ਼ ਆ। ਹਰ ਸਟੇਟ ਦੇ ਲੋਕ ਜਿਹੜੇ ਇੱਥੇ ਆਏ ਆ ਦਿੱਲੀ ਦੇ ਵਿੱਚ, ਕਿਉਂਕਿ ਦਿੱਲੀ ਦੀਆਂ ਚੂਲਾਂ ਹਿਲਾਉਣ ਦੇ ਲਈ ਸਾਰੇ ਭਾਰਤ ਦੇ ਲੋਕ, ਚਾਹੇ ਉਹ ਮਜ਼ਦੂਰ ਆ, ਚਾਹੇ ਉਹ ਸਰਵਿਸਮੈਨ ਆ, ਕੋਈ ਵੀ ਬੰਦਾ ਵਾ,
ਕੋਈ ਵੀ ਕਿਸਾਨ ਆ, ਸਾਰੀਆਂ ਜਥੇਬੰਦੀਆਂ ਜਿਹੜੀਆਂ ਵਾ ਉਹ ਸਾਰਿਆਂ ਨੇ ਏਕਾ ਕਰਕੇ 30-32 ਕਿਸਾਨ ਜਥੇਬੰਦੀਆਂ ਵਾ, ਉਹਨਾਂ ਸਾਰਿਆਂ ਨੇ ਏਕਾ ਕੀਤਾ ਵਾ। ਜਦੋਂ ਕਾਨੂੰਨ ਆਪਾਂ ਇਹੋ ਜਿਹੇ ਕਿਸਾਨ ਵਿਰੋਧੀ ਬਣਾਤੇ, ਜਦੋਂ ਲੋਕ ਕਹਿ ਰਹੇ ਆ ਸਾਨੂੰ ਇਹ ਕਾਨੂੰਨ ਚਾਹੀਦਾ ਹੀ ਨਹੀਂ ਹੈ, ਸਾਨੂੰ ਇਹਦਾ ਕੋਈ ਫਾਇਦਾ ਹੀ ਨਹੀਂ ਆ, ਤੇ ਆਪਾਂ ਜ਼ਬਰਦਸਤੀ ਜਿਹੜਾ ਵਾ ਉਹਨਾਂ ਦੇ ਇਹ ਠੋਸ ਰਹੇ ਆ। ਉਹ ਜਦੋਂ ਫਿਰ ਕਿਸਾਨਾਂ ਨੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਇਹ ਜਿਹੜਾ ਜੋ ਵੀ ਪ੍ਰੋਗਰਾਮ ਬਣਾਇਆ ਵਾ, ਅੱਜ ਤੁਸੀਂ ਵੇਖ ਰਹੇ ਜੋ ਸਾਰੀ ਦਿੱਲੀ ਦੇ ਵਿੱਚ ਇਹ ਨਜ਼ਾਰਾ ਜੋ ਵੇਖਣ ਨੂੰ ਮਿਲ ਰਿਹਾ ਵਾ। ਲੱਖਾਂ ਦੀ ਤਾਦਾਦ ਦੇ ਵਿੱਚ ਦੁਨੀਆ ਜਿਹੜੀ ਆ, ਅਸੀਂ ਰਾਤੀ ਜਦੋਂ ਅੰਮ੍ਰਿਤਸਰ ਤੋਂ ਆਏ ਸੀ, ਰਾਹ ਚ ਆਉਂਦਿਆਂ ਪਤਾ ਨਹੀਂ ਹਜ਼ਾਰਾਂ ਦੀ ਤਾਦਾਦ 'ਚ ਲੋਕ ਟਰੈਕਟਰ ਟਰਾਲੀਆਂ ਤੇ ਗੱਡੀਆਂ ਦੇ ਵਿੱਚ ਆ ਰਹੇ ਸੀ, ਕੋਈ ਜਾ ਰਿਹਾ ਸੀ। ਲੇਕ ਅੱਜ ਵੀ ਮੈਨੂੰ ਹੁਣੇ ਫੋਨ ਆਇਆ ਵਾ ਵੀ ਅੱਜ ਮੇਰੇ ਖਿਆਲ 300-400 ਟਰਾਲੀ ਜਿਹੜੀ ਆ ਇਕੱਠੀ ਅੰਮ੍ਰਿਤਸਰ ਤੋਂ ਵੀ ਉਹ ਆ ਰਹੀ ਆ, ਤੁਰੀ ਆ। ਲੇਕਿਨ ਜਿਹੋ ਜਿਹੇ ਮੋਦੀ ਨੇ ਹਾਲਾਤ ਬਣਾ ਦਿੱਤੇ ਆ ਭਾਰਤ ਦੇ ਵਿੱਚ, ਇਹ ਕਹਿੰਦਾ ਦੇਸ਼ ਦੇ ਫਲਾਣਾ ਦੇਸ਼ ਜਿਹੜਾ ਉਹ ਟੋਟੇ ਕਰ ਰਿਹਾ, ਢੀਂਗੜਾ ਜਿਹੜਾ ਤੋੜਨਾ ਚਾਹੁੰਦਾ, ਇਹਨੇ ਖੁਦ ਹੀ ਦੇਸ਼ ਦੇ ਟੋਟੇ ਕਰ ਦੇਣੇ ਆ ਜਿਸ ਹਾਲਾਤ ਦੇ ਵਿੱਚ ਇਹ ਕੰਮ ਕਰ ਰਿਹਾ ਵਾ। ਕਿਉਂਕਿ ਇਸ ਕਰਕੇ ਇਹਨੂੰ ਸਮਝਣਾ ਚਾਹੀਦਾ ਵਾ, ਲੋਕਾਂ ਦੀ ਨਬਜ਼ ਨੂੰ ਪਛਾਣਨਾ ਚਾਹੀਦਾ। ਕਿਹਦਾ ਜੀ ਕਰਦਾ ਇਹੋ ਜੀ ਠੰਡ ਦੇ ਵਿੱਚ ਬਜ਼ੁਰਗਾਂ ਨੂੰ, ਮਾਈਆਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ 10-10 12-12 ਸਾਲ ਦੇ ਜਿਹੜੇ ਬੱਚੇ ਆ ਉਹ ਸੰਘਰਸ਼ ਦੇ ਵਿੱਚ ਇੱਥੇ ਆਏ ਆ। ਲੇਕਿਨ ਹਰ ਇੱਕ ਦੀ ਤੁਸੀਂ ਇੰਟਰਵਿਊ ਲੈ ਰਹੇ, ਮੈਂ ਵੀ ਵੇਖ ਰਿਹਾ ਵੀਡੀਓ, ਵੀ ਅਸੀਂ ਉਹਨਾਂ ਚਿਰ ਘਰ ਨਹੀਂ ਜਾਵਾਂਗੇ, ਅਸੀਂ ਸੰਘਰਸ਼ ਲੜਾਂਗੇ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ। ਲੇਕਿਨ ਉਹ ਇੱਥੋਂ ਤੱਕ ਵੀ ਕਹਿ ਰਹੇ ਆ ਜੇਕਰ ਸਾਨੂੰ ਕੋਈ ਕੁਰਬਾਨੀ ਕਰਨੀ ਪਈ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਕਰਕੇ ਇਹ ਘੋਲ ਜਿਹੜਾ ਬਹੁਤ ਵੱਡਾ ਬਣ ਗਿਆ। ਜਦੋਂ ਸਾਡੀਆਂ ਮਾਤਾਵਾਂ, ਸਾਡੇ ਬਜ਼ੁਰਗ, ਸਾਡੇ ਬੱਚੇ ਵੀ ਅੱਗੇ ਸ਼ਹੀਦੀਆਂ ਪਾਉਣ ਲਈ ਤਿਆਰ ਹੋ ਜਾਣ, ਕਿਉਂਕਿ ਇਹ ਸਭ ਕੁਝ ਜਿਹੜਾ ਵਾ ਅਸੀਂ ਗੁਰੂਆਂ ਤੋਂ ਸਿੱਖਿਆ ਵਾ। ਸਿੱਖ ਪੰਥ, ਸਾਡੇ ਗੁਰੂ ਨਾਨਕ ਸਾਹਿਬ ਨੇ ਵੀ ਜੋ ਪੰਥ ਚਲਾਇਆ, ਉਹਨੇ ਬੜਾ ਲੋਕਾਂ ਨੂੰ ਸਮਝਾਇਆ ਸੀ। ਉਦੋਂ ਵੀ ਲੋਕ ਜਿਹੜੇ ਸੀ ਇਹੋ ਜਿਹੇ ਸੀ, ਉਹਨਾਂ ਨੂੰ ਸਿੱਧੇ ਰਾਹ ਪਾਉਣ ਲਈ ਉਦੋਂ ਵੀ ਇਹੋ ਕਹਿੰਦੇ ਸੀ ਵੀ ਇਹ ਕਿਰਾਏ ਪਾਉਂਦਾ। ਜਿਸ ਤਰ੍ਹਾਂ ਹੁਣ ਸਾਡੇ ਲੋਕ ਇਹਨਾਂ ਨੂੰ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਦੱਸ ਰਹੇ ਕਾਨੂੰਨ ਗਲਤ ਹੈ, ਲੇਕਿਨ ਇਹ ਕਹੀ ਜਾ ਰਹੇ ਆ ਵੀ ਇਹ ਕਾਨੂੰਨ ਬਹੁਤ ਵਧੀਆ ਵਾ। ਲੇਕਿਨ ਜਦੋਂ ਇਹ ਲੋਕ ਨਹੀਂ ਇੱਕ ਜਿਹੜਾ ਕਾਨੂੰਨ ਬਣਾਇਆ ਇਹ ਨਹੀਂ ਰੱਖਣਾ ਚਾਹੁੰਦੇ ਤੇ ਤੂੰ ਇਹਨੂੰ ਖਤਮ ਕਰ ਦੇ। ਜੇਕਰ ਸਾਡੀਆਂ ਜ਼ਮੀਨਾਂ ਖੁੱਸ ਗਈਆਂ, ਇਹ ਜ਼ਮੀਨ ਜਿਹੜੀ ਆ ਇਹ ਮਾਂ ਦੀ ਤਰ੍ਹਾਂ ਵਾ, ਆਪਣੀ ਮਾਂ ਨੂੰ ਨਹੀਂ ਛੱਡ ਸਕਦਾ। ਜਿਸ ਤਰ੍ਹਾਂ ਬੱਚਾ ਮਾਂ ਦਾ ਦੁੱਧ ਚੁੰਗਦਾ ਵਾ, ਮਾਂ ਨੂੰ ਛੱਡ ਨਹੀਂ ਸਕਦਾ। ਇਸ ਜ਼ਮੀਨ ਦੇ ਉੱਤੋਂ ਖੇਤੀ ਕਰਕੇ ਆਪਣਾ ਪੇਟ ਪਾਲਦੇ ਆ। ਲੇਕਿਨ ਜੇਕਰ ਉਹਨਾਂ ਨੂੰ ਕਿਸੇ ਗਰਜ ਦੀ ਲੋੜ ਪਵੇ, ਆਪਣੇ ਬੱਚੇ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਘਰਾਉਣ ਲਈ, ਉਹ ਜ਼ਮੀਨ ਦਾ ਥੋੜਾ ਜਿਹਾ ਟੁਕੜਾ ਵੇਚ ਕੇ ਉਹ ਪੈਸੇ ਕਰਕੇ ਆਪਣੀ ਗਰਜ ਜਿਹੜੀ ਪੂਰੀ ਕਰਕੇ ਅੱਜ ਜਿਹੜਾ ਵਾ ਸਾਡੇ ਇੱਥੋਂ ਦੇ ਭਾਰਤ ਦੇ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ, ਚਾਹੇ ਉਹ ਹਰਿਆਣੇ ਦੇ, ਪੰਜਾਬ ਦੇ, ਕਿੰਨੀਆਂ ਤਰੱਕੀਆਂ ਕੀਤੀਆਂ ਵਿਦੇਸ਼ਾਂ ਵਿੱਚ ਜਾ ਕੇ। ਅੱਜ ਤੁਸੀਂ ਵਰਲਡ ਲੈਵਲ ਤੇ ਜਿਹੜਾ ਸੰਘਰਸ਼ ਚੱਲ ਗਿਆ ਵਾ, ਇਹ ਲੋਕ ਸਾਰੇ ਜਿਹੜੇ ਆ ਇਸ ਜ਼ਮੀਨੀ ਤੌਰ ਤੇ ਇਸ ਸਾਡੀ ਧਰਤੀ ਮਾਂ ਨਾਲ ਜੁੜੇ ਹੋਏ ਆ, ਇਸ ਧਰਤੀ ਮਾਂ ਦੇ ਪੁੱਤਰ ਆ। ਲੇਕਿਨ ਉਹ ਆਪਣੀ ਮਾਂ ਨੂੰ ਨਹੀਂ ਛੱਡਣਗੇ, ਲੇਕਿਨ ਉਹਨਾਂ ਨੂੰ ਕੁਰਬਾਨੀਆਂ ਕਰਨੀਆਂ ਪਈਆਂ ਤੇ ਉਹ ਜ਼ਰੂਰ ਕਰਨਗੇ। ਲੇਕਿਨ ਸਾਡੇ ਗੁਰੂ ਸਾਹਿਬਾਂ ਨੇ ਜੋ ਸਾਨੂੰ ਸਿਖਾਇਆ ਵਾ, ਚਾਹੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ, ਸਭ ਸ਼ਾਂਤਮਈ ਸ਼ਹੀਦੀਆਂ ਹੋਈਆਂ ਵਾ, ਕੋਈ ਰੌਲਾ ਗੌਲਾ ਵਾਲੀ ਗੱਲ ਨਹੀਂ ਹੋਈ। ਜੇ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ ਬਿਲਕੁਲ ਸ਼ਾਂਤਮਈ, ਇਹਨਾਂ ਤਸ਼ੱਦਦ ਵੀ ਕੀਤੇ, ਜੋ ਮਰਜ਼ੀ ਤਸ਼ੱਦਦ ਢਾ ਲੈਣ ਦਿੱਲੀ ਸਰਕਾਰ ਹਕੂਮਤ, ਲੇਕਿਨ ਇਨ ਤੋਂ ਬਿਨ ਨਹੀਂ ਹੋਊਗਾ ਖਾਲਸਾ ਪੰਥ। ਇਹ ਕਿਸਾਨ ਜਿਹੜਾ ਸੰਘਰਸ਼ ਆ, ਇਹ ਕਿਸਾਨ ਬਿਲਕੁਲ ਦਿੱਲੀ 'ਚ ਉਹਨਾਂ ਚਿਰ ਵਾਪਸ ਨਹੀਂ ਜਾਣਗੇ ਘਰਾਂ ਨੂੰ ਜਿੰਨਾ ਚਿਰ ਇਹ ਕਾਨੂੰਨ ਜਿਹੜਾ ਰੱਦ ਨਹੀਂ ਹੋਊਗਾ। ਚਾਹੇ ਮੋਦੀ ਗੋਲੀਆਂ ਚਲਾ ਲੇ, ਚਾਹੇ ਤੋਪਾਂ ਚਲਾ ਲੇ, ਚਾਹੇ ਪਾਣੀ ਦੀਆਂ ਵਾਛੜਾਂ ਮਾਰ ਲੇ, ਇਹਨੇ ਸਾਰਾ ਕੁਝ ਕਰਕੇ ਵੇਖ ਲਿਆ, ਸੜਕਾਂ ਵੀ ਪੱਟ ਕੇ ਵੇਖ ਲੀਆਂ, ਸਾਰਾ ਕੁਝ ਕਰਕੇ ਵੇਖ ਲਿਆ। ਲੇਕਿਨ ਹੁਣ ਇਹਦੇ ਕੋਲ ਰਾਹ ਕੋਈ ਨਹੀਂ ਬਚਦਾ। ਹੁਣ ਤੇ ਸ਼ਰਮਿੰਦਗੀ ਦੀ ਤਾਣ ਆ ਵੀ ਕੁਝ ਦਿਨ ਜਿਹੜਾ ਵਾ ਹੋਰ ਖਲੋ ਜੋ ਕਰਕੇ ਇਹਨੂੰ ਸਮਝ ਲੈਣਾ ਚਾਹੀਦਾ। ਲੇਕਿਨ ਜਦੋਂ ਇਹ ਅੱਗ ਬਬੋਲਾ ਵੱਡਾ ਹੋ ਗਿਆ ਅੱਗ ਦੀ ਤਰ੍ਹਾਂ, ਤੇ ਅੱਗੇ ਤੁਸੀਂ ਵੇਖਿਆ ਸੀ ਰਾਮ ਰਹੀਮ ਦਾ, ਤੁਸੀਂ ਵੇਖਿਆ ਸੀ ਸਾਰੇ ਚੈਨਲਾਂ ਵਾਲਿਆਂ ਨੇ ਪਹਿਲੋਂ ਕੰਟਰੋਲ ਨਹੀਂ ਕੀਤਾ, ਉਸ ਬੰਦੇ ਨੇ ਕੀ ਕੁਝ ਕੀਤਾ, ਫਿਰ ਉੱਥੇ ਕਿਸ ਤਰ੍ਹਾਂ ਅੱਗਾਂ ਲੱਗੀਆਂ ਤੇ ਕਿਸ ਤਰ੍ਹਾਂ ਲੋਕਾਂ ਦੇ ਲਾਠੀ ਚਾਰਜ ਹੋਇਆ। ਲੇਕਿਨ ਇਹਨਾਂ ਨੂੰ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਆਪਣੇ ਬੀਤੇ ਤੋਂ। ਲੇਕਿਨ ਜੇਕਰ ਇਹ ਨਾ ਸਮਝੀਆਂ ਤੇ ਬੀਤੇ ਨੂੰ ਪਛਤਾਉਣਗੀਆਂ। ਲੇਕਿਨ ਇਹ ਕਿਸਾਨ ਸੰਘਰਸ਼ ਆ, ਇਸ ਦੀ ਹਮਾਇਤ ਕਰ ਲਈ ਅੱਜ ਅਸੀਂ ਸਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ, ਜੋ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਜੋ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੇ ਸੰਦੇਸ਼ ਦੇ ਅਨੁਸਾਰ ਅੱਜ ਅਸੀਂ ਇੱਥੇ ਪਹੁੰਚੇ ਆ।
ਸਿੱਖ ਵਰਲਡ ਪਾਰਲੀਮੈਂਟ ਵੀ ਦੇਸ਼ਾਂ ਵਿਦੇਸ਼ਾਂ 'ਚ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਚੱਲ ਰਹੀ ਹੈ, ਇੱਥੇ ਲੰਗਰ ਚੱਲ ਰਹੇ ਨੇ। ਆ ਪੰਜ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਪਹੁੰਚੇ ਨੇ, ਜਿਨ੍ਹਾਂ ਨੇ ਰਾਮ ਰਹੀਮ ਨੂੰ ਗਿਆਨੀ ਗੁਰਬਚਨ ਸਿੰਘ ਜੋ ਜਥੇਦਾਰ ਸੀ ਉਸਨੇ ਮਾਫ ਕਰ ਦਿੱਤਾ ਸੀ, ਜੋ ਕਿ ਅਕਾਲੀ ਸਰਕਾਰ ਦੇ ਇਸ਼ਾਰੇ ਤੇ ਚੱਲਦਾ ਸੀ, ਉਸਨੇ ਰਾਮ ਰਹੀਮ ਨੂੰ ਮਾਫ ਕਰ ਦਿੱਤਾ ਸੀ। ਲੇਕਿਨ ਇਹ ਜਿਹੜੇ ਪੰਜ ਪਿਆਰੇ ਆ, ਇਹਨਾਂ ਨੇ ਉਹਨਾਂ ਨੂੰ ਗਿਆਨੀ ਗੁਰਬਚਨ ਸਿੰਘ ਨੂੰ ਤਲਬ ਕਰ ਲਿਆ ਸੀ। ਇਹਨਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ। ਲੇਕਿਨ ਅੱਜ ਵੀ ਪੰਥ ਦੇ ਨਾਲ ਭਾਈ ਸਤਨਾਮ ਸਿੰਘ ਜੀ, ਭਾਈ ਤਰਲੋਕ ਸਿੰਘ ਜੀ ਅੱਜ ਵੀ ਪੰਥ ਦੇ ਨਾਲ ਖੜੇ ਨੇ ਤੇ ਅੱਜ ਵੀ ਇਸ ਸੰਘਰਸ਼ ਦੇ ਵਿੱਚ ਆਪਣੀ ਹਮਾਇਤ ਕਿਸਾਨਾਂ ਨੂੰ ਦੇਣ ਆਏ ਨੇ। ਇਹ ਕਿਸਾਨਾਂ ਦੇ ਪੁੱਤਰ ਨੇ। ਅਸੀਂ ਸਾਰੇ ਕਿਸਾਨੀ ਦੇ ਨਾਲ ਜੁੜੇ ਹੋਏ ਹਾਂ, ਲੇਕਿਨ ਅਸੀਂ ਵੱਧ ਚੜ ਕੇ ਜਿੰਨਾ ਵੀ ਹੋਊ ਹਿੱਸਾ ਪਾਵਾਂਗੇ। ਅਸੀਂ ਸਰਕਾਰਾਂ ਨੂੰ ਅਪੀਲ ਔਰ ਬੇਨਤੀ ਵੀ ਕਰਦੇ ਹਾਂ, ਮੋਦੀ ਸਾਹਿਬ ਬੀਤੇ ਤੋਂ ਸਬਕ ਸਿੱਖਣਾ ਚਾਹੀਦਾ। ਤੁਸੀਂ ਪਿੱਛੇ ਜੋ ਵੀ ਜਿਹੋ ਜਿਹਾ ਬੀਜਾਂਗੇ ਵੱਢਣਾ ਉਹ ਜਿਹਾ ਵਾ, ਜੋ ਤੁਸੀਂ ਬੀਜੋਗੇ ਉਹ ਜਿਹਾ ਵੱਢਣਾ। ਖਾਲਸਾ ਪੰਥ ਨਾ ਕਦੀ ਡਰਿਆ ਨਾ ਡਰੇਗਾ। ਤੁਸੀਂ ਸ਼ੁਰੂ ਤੋਂ ਸਿੱਖ ਪੰਥ ਦੇ ਨਾਲ ਟੱਕਰਾਂ ਲੈ ਕੇ ਵੇਖੀਆਂ ਦਿੱਲੀ ਤਖਤ ਨੇ, ਲੇਕਿਨ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅੱਜ ਵੀ ਅਸੀਂ ਇਹ ਅਪੀਲ ਕਰਦੇ ਹਾਂ ਵੀ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਊਗਾ। ਸਿੱਖ ਪੰਥ ਦੀ ਜਿੱਤ ਹੋਵੇਗੀ, ਸਿੱਖ ਕਿਸਾਨਾਂ ਦੀ ਜਿੱਤ ਹੋਵੇਗੀ, ਲੇਕਿਨ ਉਹ ਹਮੇਸ਼ਾ ਹੀ ਇਹ ਕਾਨੂੰਨ ਰੱਦ ਹੋਣਗੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਸਾਹਿਬ ਕੁਝ ਟਾਈਮ ਤੁਹਾਡੇ ਕੋਲ ਲਵਾਂਗਾ ਮੈਂ, 1-2 ਮਿੰਟ। ਕੀ ਕਹਿਣਾ ਚਾਹੋਗੇ? ਅੱਜ ਤੁਸੀਂ ਵੀ ਉਹਦਾ ਹਿੱਸਾ ਬਣੇ ਹੋ। ਕਿਸਾਨੀ ਦੀ ਗੱਲ ਹੋ ਰਹੀ ਆ, ਚਾਰ ਸਵੇਰੇ ਕਿਸਾਨ ਆ, ਜਿੱਥੇ ਕਿ ਵੀਰ ਭਰਾ ਸਾਡੇ ਪਹੁੰਚੇ ਹੈਗੇ ਆ, ਦਿਲੇ ਪਾਸੇ ਭੈਣਾਂ ਵੀ ਪਹੁੰਚੀਆਂ, ਵੇਖੋ ਮਾਤਾਵਾਂ ਪਹੁੰਚੀਆਂ ਸਾਡੀਆਂ ਇੱਥੇ। ਚਾਰ ਸਵੇਰੇ ਨਾ ਵੱਖਰਾ ਜਾਹੋ ਜਲਾਲ ਜਿਹਾ ਵਾ। ਕੇਵਲ ਪੰਜਾਬ ਦੀ ਨਹੀਂ ਗੱਲ ਕਰਾਂਗੇ ਆਪਾਂ, ਹਰਿਆਣਾ ਵਾ, ਰਾਜਸਥਾਨ ਆ। ਤੇ ਇੱਕ ਨਾ ਪਰਸੋਂ ਦੀ ਗੱਲ ਆ, ਸਾਡੇ ਕੋਲ ਵੀਰ ਪਹੁੰਚਿਆ ਸੀ ਰਾਜਸਥਾਨ ਤੋਂ। ਉਹ ਕਹਿੰਦਾ ਕਿ ਮੈਂ ਐਸਐਮਓ ਦੀ ਨੌਕਰੀ ਛੱਡ ਕੇ ਆ ਗਿਆ। ਤੇ ਮੈਂ ਉਹਨੂੰ ਪੁੱਛਿਆ ਕਿ ਐਸਐਮਓ ਦੀ ਨੌਕਰੀ ਕੋਈ ਛੱਡੀ ਪਿਆ ਸਾਹਿਬ? ਤੇ ਕਹਿੰਦਾ ਕਿ ਮੈਂ ਜਦੋਂ ਛੁੱਟੀ ਲਈ ਅਰਜੀ ਦਿੱਤੀ ਸੀ ਨਾ, ਤੇ ਮੇਰੀ ਅਰਜੀ ਮਨਜ਼ੂਰ ਨਹੀਂ ਹੋਈ। ਅਰਜੀ ਮਨਜ਼ੂਰ ਨਹੀਂ ਹੋਈ, ਉੱਤੇ ਮੈਂ ਲਿਖਿਆ ਸੀ ਕਿ ਮੈਂ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਜਾ ਰਿਹਾ ਵਾਂ, ਉਹਨੂੰ ਅਰਜੀ ਮਨਜ਼ੂਰ ਨਹੀਂ ਕੀਤੀ। ਤੇ ਮੈਂ ਕਿਹਾ ਆ ਲੋ ਜੀ ਮੇਰਾ ਅਸਤੀਫਾ। ਮੈਂ ਅਸਤੀਫਾ ਦੇ ਕੇ ਆ ਗਿਆ ਕਿ ਮੈਨੂੰ ਨੌਕਰੀ ਨਹੀਂ ਚਾਹੀਦੀ। ਐਸਐਮਓ ਨੌਕਰੀ ਛੱਡ ਕੇ ਆਇਆ, ਉਹਦੀ ਤੁਸੀਂ YouTube ਤੇ ਵੀਡੀਓਜ਼ ਦੇਖ ਸਕਦੇ ਆ। ਇੱਕ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈਗੀ, ਉਹਦੀ YouTube ਤੇ ਵੀਡੀਓ ਪਈ ਆ, ਫੇਸਬੁੱਕ ਤੇ ਕਾਲ ਚੈਨਲ ਤੇ ਚੱਲਿਆ ਹੈਗਾ ਵਾ। ਬੜੀ ਵੱਡੀ ਪਾਵਰ ਹੁੰਦੀ ਹੈ, ਸੋਚੀਏ ਆਪਾਂ। ਉਹ ਕਹਿੰਦਾ ਕਿ ਮੈਂ ਇਸ ਅੰਦੋਲਨ ਦਾ ਹਿੱਸਾ, ਮੇਰਾ ਪਰਿਵਾਰ ਹੋ ਸਕਦਾ ਥੋੜਾ ਘੱਟ ਖਾ ਕੇ ਗੁਜ਼ਾਰਾ ਕਰ ਲੂਗਾ, ਪਰ ਮੈਂ ਇਸ ਪਰਿਵਾਰ ਦੇ ਨਾਲ ਖਲੋਊਂਗਾ। ਇਹਦਾ ਮਤਲਬ ਤਾਂ ਇਹ ਨਿਕਲਦਾ ਹੈ, ਜੋ ਸਾਡੀ ਹੁਣ ਤੱਕ ਦਾ ਵਿਸ਼ਲੇਸ਼ਣ ਹੈ, ਕਿ ਇਹ ਕਿਸਾਨ ਸੰਘਰਸ਼ ਨੇ ਜਿਹੜੀਆਂ ਧਰਮ ਦੀਆਂ ਲਕੀਰਾਂ ਖਿੱਚੀਆਂ ਹੋਈਆਂ ਨੇ, ਇੱਕ ਤਾਂ ਉਹ ਲਕੀਰਾਂ ਮਿਟਾਤੀਆਂ ਨੇ, ਨੰਬਰ 1। ਦੂਸਰੀ ਗੱਲ ਹੈਗੀ ਹੈ ਕਿ ਇਹ ਜਿਹੜਾ ਸਿਸਟਮ ਚੱਲ ਰਿਹਾ, ਇਸ ਸਿਸਟਮ ਦੇ ਰਾਹੀਂ ਜਿਹੜਾ ਹੈ ਕਿ ਇੱਕ ਯੂਨੀਵਰਸਲ ਬ੍ਰਦਰਹੁੱਡ ਜਿਹੜੀ ਹੈ, ਉਹ ਭਾਈਚਾਰੇ ਦੀ ਗੱਲ ਜਿਹੜੀ ਹੈ ਉਹ ਸਾਹਮਣੇ ਆਈ ਹੈ। ਇਹ ਬੜੀ ਵੱਡੀ ਪ੍ਰਾਪਤੀ ਹੈਗੀ ਹੈ ਕਿ ਕਿੱਥੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਵਿੱਚ ਕੁਝ ਕੁੜੱਤਨ ਨਾਮ ਦੀ ਚੀਜ਼ ਸੀਗੀ, ਸਿਆਸਤਦਾਨਾਂ ਨੇ ਵਿੱਚ ਪਾਈ ਸੀਗੀ। ਅੱਜ ਉਹ ਕੁੜੱਤਨ ਜਿਹੜੀ ਹੈ ਅਲੋਪ ਹੋ ਗਈ ਨਜ਼ਰ ਆਉਂਦੀ ਹੈ। ਜਿੱਥੇ ਤੁਸੀਂ ਐਸਐਮਓ ਦੀ ਗੱਲ ਕੀਤੀ ਹੈ, ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਇੱਕ ਉਦਾਹਰਣ ਹੈ ਕਿ ਉਹ ਐਸਐਮਓ ਜਿਹੜਾ ਰਾਜਸਥਾਨ ਬੈਠਾ ਹੈ, ਇਹਦਾ ਮਤਲਬ ਹੈ ਕਿ ਉਹ ਮੁੱਦੇ ਨਾਲ ਕਿੱਦਾਂ ਮਾਨਸਿਕ ਤੌਰ ਤੇ ਜੁੜਿਆ ਹੋਇਆ ਹੈ। ਮੁੱਦਾ ਜਿਹੜਾ ਹੈ ਉਹਨੂੰ ਆਪਣੀ ਜੀਵਿਕਾ ਤੋਂ ਵੀ ਜ਼ਿਆਦਾ ਪਿਆਰਾ ਲੱਗ ਰਿਹਾ। ਜੀਵਿਕਾ ਨੂੰ ਉਹਨੇ ਠੋਕਰ ਮਾਰਤੀ, ਅਸਤੀਫਾ ਦੇਤਾ, ਤੇ ਉਹਨੇ ਕਿਹਾ ਵੀ ਕਿਸਾਨ ਦਾ ਮੁੱਦਾ ਜਿਹੜਾ ਹੈ ਉਹ ਸਭ ਤੋਂ ਇੰਪੋਰਟੈਂਟ ਹੈ, ਕਿਉਂਕਿ ਕਿਸਾਨ ਹੀ ਸਾਨੂੰ ਰੋਟੀ ਦੇ ਰਿਹਾ। ਅੱਜ ਜੇ ਕਿਸਾਨ ਖਤਮ ਹੋ ਗਿਆ ਤਾਂ ਅਸੀਂ ਰੋਟੀ ਕਿੱਥੋਂ ਖਾਵਾਂਗੇ? ਇਸ ਸੋਚ ਦੇ ਨਾਲ ਉਸ ਜਿਹੜਾ ਸੀਗਾ ਐਸਐਮਓ ਸੀਗਾ, ਉਸ ਐਸਐਮਓ ਨੇ ਜਿਹੜਾ ਅਸਤੀਫਾ ਦਿੱਤਾ ਹੈ, ਸਾਡਾ ਸਿਰ ਝੁਕਦਾ ਹੈ। ਐਸੇ ਕੁਰਬਾਨੀ ਵਾਲੇ ਬੰਦਿਆਂ ਨਾਲ ਮੈਂ ਕਹਾਂਗਾ ਉਹ ਜਿੰਦਾ ਸ਼ਹੀਦ ਹੈ ਆਪਣੇ ਆਪ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੇ ਨਾਲ ਸਾਰੇ ਚੱਲਦੇ ਹਾਂ ਹਵਾਰਾ ਕਮੇਟੀ ਦੇ ਵੱਲੋਂ। ਤੇ ਭਾਈ ਜਗਤਾਰ ਸਿੰਘ ਜੀ ਹਵਾਰਾ ਉਹ ਖੁਦ ਆਪ ਕਿਸਾਨ ਨੇ, ਕਿਸਾਨ ਦੇ ਪੁੱਤ ਹਨ, 35-40 ਕਿੱਲੇ ਦੇ ਉਹ ਮਾਲਕ ਹਨ। ਉਹ ਜਦ ਬਾਹਰ ਸੀ ਕਿਸਾਨੀ ਵੀ ਕਰਦੇ ਰਹੇ, ਨੈਸ਼ਨਲ ਪਲੇਅਰ ਵੀ ਸਨ। ਉਹ ਹੁਣ ਜੇਲ੍ਹ ਦੇ ਵਿੱਚ ਬੈਠੇ ਵੀ ਜਿਹੜੇ ਆ ਉਹ ਇਸ ਕਿਸਾਨੀ ਸੰਘਰਸ਼ ਦੀ ਚਿੰਤਾ ਕਰ ਰਹੇ ਨੇ। ਉਹ ਫਿਕਰਮੰਦ ਹਨ ਤੇ ਕਿਸਾਨੀ ਦੇ ਨਾਲ ਜੁੜੇ ਹੋਏ ਹਨ। ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਹਵਾਰਾ ਕਮੇਟੀ ਦੇ ਵੱਲੋਂ ਅੱਗੇ 4 ਸ਼ਹੀਦਾਂ ਨੂੰ ਜਿਹੜੇ ਆ 1-1 ਲੱਖ ਰੁਪਈਆ ਜਿਹੜੇ ਆ ਵੰਡ ਚੁੱਕੇ ਹਾਂ। ਤੇ ਗਾਂ ਵੀ ਜਿਹੜੀ ਨਿਰੰਤਰ ਜਿਹੜੇ ਆ ਉਹ ਅਸੀਂ ਇੱਥੋਂ ਜਦੋਂ ਜਾਵਾਂਗੇ ਫਿਰ ਜਾ ਕੇ ਕਿਸੇ ਹੋਰ ਥਾਂ ਦੇ ਉੱਤੇ ਜਾ ਕੇ ਜਿਹੜੇ ਆ ਉਹ ਪੈਸੇ ਕਿਸੇ ਸ਼ਹੀਦ ਨੂੰ ਦਿੰਦੇ ਰਹਾਂਗੇ। ਸੋ ਤੁਸੀਂ ਕਹਿ ਰਹੇ ਸੀਗੇ ਕਿ ਇਹ ਜਿਹੜੀ ਆ ਸਰਬੱਤ ਦੀ ਲੜਾਈ ਬਣ ਗਈ ਆ, ਇਹ ਨਿਰੇ ਕਿਸਾਨਾਂ ਦੀ ਨਹੀਂ ਰਹਿ ਗਈ,
ਮੇਰੇ ਪੰਜਾਬ ਦੀ ਨਹੀਂ ਰਹਿ ਗਈ, ਸਰਬੱਤ ਦੇ ਭਲੇ ਦੀ ਗੱਲ ਹੋ ਚੁੱਕੀ ਹੈ। ਪੰਜਾਬ ਤੋਂ ਚੱਲੀ ਲੜਾਈ ਦੇਸ਼ ਚਲੇਗੀ, ਦੇਸ਼ ਤੋਂ ਚੱਲੀ ਆਪਾਂ ਰੋਜ਼ ਟੀਵੀ ਚੈਨਲਾਂ ਤੇ ਵੇਖਦੇ ਹਾਂ, ਅਖਬਾਰਾਂ ਤੇ ਪੜ੍ਹਦੇ ਹਾਂ। ਸਾਰੇ ਵਰਲਡ ਦੇ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਉੱਥੇ ਮੁਜ਼ਾਹਰੇ ਕਰ ਰਹੇ ਨੇ, ਉੱਥੇ ਜਾ ਕੇ ਘਰਾਓ ਕਰ ਰਹੇ ਨੇ। ਤੇ ਵੇਖੋ USA ਦੇ ਵਿੱਚ ਪਾਰਲੀਮੈਂਟ ਦੇ ਮੈਂਬਰਾਂ ਨੇ ਵੀ ਸਾਡੇ ਹੱਕ ਦੇ ਨਾਅਰਾ ਦਿੱਤਾ ਹਿੰਦੁਸਤਾਨੀਆਂ ਦੇ ਵਿੱਚ। ਕਰ ਰਹੇ ਜੀ ਆਪਣੇ ਹੱਕ ਦੇ ਵਿੱਚ ਗੱਲ, ਪਰ ਸਾਡੇ ਆਪਣੇ ਜਿਹੜੇ ਆ ਉਹ ਅਜੇ ਕੁਝ ਨਹੀਂ ਨਾ ਕਰ ਰਹੇ ਲੱਗਦੇ। ਇਧਰਲੇ ਪਾਸੇ ਹੱਕ ਵਾਲੇ ਜਿਹੜੇ ਆ ਜਿਨ੍ਹਾਂ ਨੂੰ ਕਰਨੀ ਚਾਹੀਦੀ ਸੀ ਗੱਲ, ਉਹ ਕਿਤੇ ਨਾ ਕਿਤੇ ਅੜੇ ਹੋਏ ਆ। ਉਹ ਵੀਰ ਜਾਗ ਚੁੱਕੇ ਆ, ਉਹਨਾਂ ਨੂੰ ਪਤਾ ਲੱਗ ਚੁੱਕਾ ਵਾ, ਭਾਵੇਂ ਉਹ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ। ਵੀਰ ਜੀ ਮੇਰੇ ਲਾਗੇ ਖਲੋਤੇ ਰਹੋ, ਮੈਂ ਕਹੂੰਗੀ ਇੱਕ ਮੈਸੇਜ ਆ ਮੈਂ ਪਿੱਛੇ ਪੜ੍ਹ ਕੇ ਸੁਣਾਉਣਾ ਚਾਹੂੰਗਾ। ਲਾਡੀ ਉਹ ਤਸਵੀਰ ਦਿਖਾ ਲਓ ਪਿੱਛੋਂ, ਜੜਾਂ ਦੇ ਸਹਾਰੇ ਹੀ ਰੁੱਖ ਖੜਦੇ ਨੇ ਤੇ ਕਿਸਾਨਾਂ ਦੇ ਸਹਾਰੇ ਹੀ ਦੇਸ਼ ਚੱਲਦੇ ਨੇ। ਬੜਾ ਵੱਡਾ ਮੈਸੇਜ ਆ ਜੀ। ਤੇ ਵੀਰ ਸਵੇਰ ਦਾ ਹੀ ਨਾ ਤਕਰੀਬਨ 2-3 ਘੰਟੇ ਦਾ ਸਮਾਂ ਹੋ ਚੁੱਕਾ ਇਦਾਂ ਲੈ ਕੇ ਫਿਰਨ ਡਿਆ। ਇਹ ਸੁਨੇਹਾ ਵੀਰ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸੇ ਤਰ੍ਹਾਂ ਸੁਨੇਹੇ ਦੇਣੇ। ਕਰਨਾਲ ਹਰਿਆਣਾ ਜੀ। ਜੀ ਦੇਖੋ ਜੀ ਹਰਿਆਣਾ ਵੀ ਖੱਟਰ ਸਾਹਿਬ ਨੇ ਜਦੋਂ ਪਹਿਲੇ ਦਿਨ ਆਏ ਸੀ ਜੀ ਉੱਥੇ, ਤੇ ਉਦੋਂ ਇੱਕ ਬਿਆਨ ਆਇਆ ਸੀ ਉਹਨਾਂ ਦਾ, ਤੇ ਉਹ ਕਹਿੰਦੇ ਸੀ ਹਰਿਆਣੇ ਦਾ ਤਾਂ ਕੋਈ ਗਿਆ ਹੀ ਨਹੀਂ। ਤੇ ਜਦੋਂ ਕਿਤੇ ਨਾ ਨਵਦੀਪ ਨਾਲ ਗੱਲ ਅਕਾਲ ਚੈਨਲ ਨੇ ਸ਼ਾਮ ਨੂੰ, ਕਿਉਂਕਿ ਗੁਰਪ੍ਰੀਤ ਸਿੰਘ ਨੇ ਉਹਦੇ ਨਾਲ ਗੱਲਬਾਤ ਕੀਤੀ, ਤੇ ਉਹ ਕਹਿੰਦੇ ਵੇਖ ਲਓ ਖੱਟਰ ਸਾਹਿਬ ਇਹ ਵੀ ਹਰਿਆਣੇ ਦੇ ਜੀ, ਇਹ ਵੀ ਹਰਿਆਣੇ ਦੇ ਜੀ, ਆ ਵੀ ਹਰਿਆਣੇ ਦੇ ਆ, ਤੇ ਇੱਥੇ ਅੱਧੇ ਤੋਂ ਵੱਧ ਹਰਿਆਣਾ ਪਹੁੰਚੇ। ਇਸ ਮੈਸੇਜ ਤੋਂ ਬੜਾ ਸਪਸ਼ਟ ਹੋ ਰਿਹਾ ਹੈ ਔਰ ਬਿਲਕੁਲ ਹਕੀਕਤ ਨਾਲ ਜੁੜਿਆ ਹੋਇਆ ਹੈ ਮੈਸੇਜ ਹੈ। ਹੋਰ ਜਿਹੜੀ ਇਹ ਗੱਲ ਲਿਖੀ ਹੈ ਕਿ ਕਿਸਾਨਾਂ ਦੇ ਸਹਾਰੇ ਹੀ ਦੇਸ਼ ਚੱਲਦੇ ਨੇ, ਇਹਦਾ ਮਤਲਬ ਹੈ ਕਿ ਉਹ ਕਿਸਾਨ ਜਿਹੜੇ ਨੇ ਉਹ ਜੜ੍ਹਾਂ ਦਾ ਕੰਮ ਕਰਦੇ ਨੇ ਦੇਸ਼ ਨੂੰ ਪ੍ਰਫੁੱਲਿਤ ਕਰਨ ਲਈ, ਦੇਸ਼ ਦੀ ਗਰੋਥ ਵਾਸਤੇ, ਦੇਸ਼ ਦੀ ਡਿਵੈਲਪਮੈਂਟ ਵਾਸਤੇ, ਵਿਕਾਸ ਵਾਸਤੇ। ਅੱਜ ਬਦਕਿਸਮਤੀ ਇਹ ਹੈਗੀ ਹੈ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ, ਮੋਦੀ ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਕਠਪੁਤਲੀ ਬਣ ਚੁੱਕਿਆ ਹੈ। ਉਹ ਉਹਨਾਂ ਜੜ੍ਹਾਂ ਨੂੰ ਹੀ ਕੱਟਣ ਲੱਗੇ ਹੋਏ ਨੇ। ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਸਾਨੂੰ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਇਹ ਕੰਨ ਤੇ ਲਿਖਿਆ ਹੀ ਹੈ, ਪੜ੍ਹਿਆ ਜਾਣਾ ਚਾਹੀਦਾ ਹੈ। ਇਹ ਬੜਾ ਵੱਡਾ ਲਾਊਡ ਮੈਸੇਜ ਹੈ ਕਿ ਜੇ ਇਹ ਦਰਖਤ ਦੀਆਂ ਜੜ੍ਹਾਂ ਕੱਟਦੀਆਂ ਗਈਆਂ, ਸਮਝ ਲਓ ਕਿ ਇਹ ਦੇਸ਼ ਦੀਆਂ ਜੜ੍ਹਾਂ ਕੱਟੀਆਂ ਜਾਣਗੀਆਂ। ਸੋ ਇਹ ਦੇਸ਼ ਦੀਆਂ ਜੜ੍ਹਾਂ ਕੱਟਣ ਦੇ ਬਰਾਬਰ ਹੋਏਗਾ ਜੇ ਕਿਸਾਨਾਂ ਨੂੰ ਅਸੀਂ ਰੋਲ ਦਿੱਤਾ ਤਾਂ।